अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, कंगनपुर के इलाका में हुई कत्ल की खौफनाक वारदात। 4 बच्चों के बाप को सड़क किनारे अंधाधुंध फायरिंग करके मौत के घाट उतार दिया गया। इस कत्ल में कौन मुलव्विस था, उसने ये कत्ल क्यों किया और इसकी वजूहात है क्या, ये तमाम हकाइक बताएंगे आज के प्रोग्राम तफ्तीश। नाज़रीन, इस वक्त हम थाना कंगनपुर में मौजूद है, जहां पर पुलिस ने एक ऐसे मुलजिम को गिरफ्तार किया है जिसने अपने ही बहनोई को फायरिंग करके अपने मुलाजिम के हमरा मौत के घाट उतार दिया। उसके बाद वो फरार हो गया और मुकदमा मुद्दई बनने की भी कोशिश करता रहा और बाद में अगवा का ड्रामा भी रचाया आपने और बाद अज़ां पुलिस ने इसे गिरफ्तार ही कर लिया। इसी की ज़ुबानी जानते हैं इसने ये सब कुछ क्यों किया, कैसे किया और इसके पीछे वजूहात हैं क्या। हाँ भाई, की ना है तेरा? मैं सजाद। की करना है सजाद? मेरा सीलिंग का काम है जी। सीलिंग दा जी। कित्थे करना है? ठीक मोड़। रहन वाला किधर दा? ठीक मोड़। ठीक मोड़ दा। शादीशुदा है? जी। किन्ने बच्चे? एक बेटी। बेटी है? जी। की तनाज़ा सी अपने भनवैये ना तेरा? सर जुल्म ही बहुत करता सी, मतलब कि शुरू ਤੋਂ ਕਿਦਾਂ ਦੀ ਇਹਦੀ ਸ਼ਾਦੀ ਕੀਤੀ ਹੈ ਨਾ ਅਸੀਂ 15 ਸਾਲ ਤਕਰੀਬਨ ਹੋ ਗਏ ਨੇ ਸ਼ਾਦੀ ਨੂੰ। ਉਦੋਂ ਤੋਂ ਸ਼ੁਰੂ ਤੋਂ ਇਹਨਾਂ ਮਤਲਬ ਕਿ ਜ਼ੁਲਮ ਕਰਦਾ ਰਿਹਾ ਸਾਡੀ ਭੈਣ ਤੇ ਵੀ, ਦੂਸਰੀਆਂ ਭੈਣਾਂ ਮਤਲਬ ਕਿ ਕਿਸੇ ਨੂੰ ਆਪਸ ਵਿੱਚ ਇਹਨਾਂ ਨੇ ਮਿਲਣ ਨਹੀਂ ਦਿੱਤਾ। ਸਾਰੀਆਂ ਆਪਣੇ ਆਪਣੇ ਘਰ ਮਤਲਬ ਕਿ ਇਹਨੇ ਅਗਰ ਤੁਹਾਨੂੰ ਹੁਣ ਮੈਂ ਕੀ ਗੱਲਾਂ ਇਹਦੀਆਂ ਦੱਸਾਂ ਕਿ ਕੀ ਨਾ ਦੱਸਾਂ। ਇੰਨਾ ਕੁ ਜ਼ਨਾਈ ਬੰਦਾ ਸੀ ਤੇ ਕਿ ਤੁਸੀਂ ਉਹਨੂੰ ਮਤਲਬ ਕਿ ਜਨਾਜ਼ੇ ਨਾਲ ਆਉਂਦੇ ਤੇ ਉਹਦੀ ਸ਼ਕਲ ਤੁਸੀਂ ਵੇਖ ਲੈਂਦੇ, ਤੁਸੀਂ ਖੁਦ ਦੱਸਦੇ ਵੀ ਕਿਹੜਾ ਬੰਦਾ ਜਨਾਈ ਹੋਵੇ, ਉਹਦੀ ਸ਼ਕਲ ਤੇ ਰੂਪ ਹੁੰਦਾ ਹੈ ਕਿ ਨਹੀਂ ਹੁੰਦਾ। ਕਦੋਂ ਕੀਤੀ ਸੀ ਭੈਣ ਦੀ ਸ਼ਾਦੀ ਇਹਦੇ ਨਾਲ? ਸਾਡੇ ਤਕਰੀਬਨ 15 ਸਾਲ ਹੋ ਗਏ ਨੇ ਜੀ। ਡਾਕਟਰ ਨਦੀਮ ਨਾਂ ਸੀ? ਜੀ ਡਾਕਟਰ ਨਦੀਮ। ਰਿਸ਼ਤੇਦਾਰ ਸੀ? ਜੀ ਪਹਿਲੇ ਵੀ ਰਿਸ਼ਤੇਦਾਰ। ਕਿੰਨੇ ਬੱਚੇ ਹੋਏ? ਇਹ ਜੀ 6 ਬੱਚੇ ਸੀ, 2 ਫੌਤ ਹੋ ਗਏ ਸੀ। ਅੱਛਾ। ਉਹ ਵੀ ਉਹਦੀ ਗਲਤੀ ਦੀ ਕਾਰਨ ਤੋਂ ਵਜ੍ਹਾ ਤੋਂ ਮਤਲਬ ਕਿ ਪਹਿਲੇ ਟਾਈਮ ਤੋਂ ਪਹਿਲੇ ਡਿਲੀਵਰੀ ਕਰਵਾ ਦਿੰਦਾ ਸੀ ਤੇ ਉਹ ਤਾਂ ਪਰ ਬੱਚਾ ਫੌਤ ਹੋ ਜਾਂਦਾ। ਅੱਛਾ। ਆਪਰੇਸ਼ਨ ਕਰਵਾ ਦਿੰਦਾ ਸੀ? ਜੀ। ਅੱਛਾ। ਤੇ ਸ਼ਾਦੀ 15 ਸਾਲ ਹੋ ਗਈ ਸੀ? ਜੀ। ਤੇ ਕਦੋਂ ਖਿਆਲ ਆਇਆ ਕਿ ਗਲਤ ਘਰ ਭੈਣ ਵਿਆਹਤੀ? ਬੌਂਦੇ ਤਾਂ ਤਕਰੀਬਨ 4-5 ਸਾਲ ਬਾਅਦ ਕਿਹੜਾ ਕਦੋਂ ਇਹਨੇ ਜ਼ਿਆਦਾ ਤੰਗ ਕਰਨਾ ਸਾਨੂੰ ਸ਼ੁਰੂ ਕੀਤਾ ਨਾ, ਉਦੋਂ ਤੋਂ ਹੀ ਉਹ ਵੀ ਮਤਲਬ ਕਦੀ ਰਿਸ਼ਤੇਦਾਰਾਂ ਨੂੰ ਵੇਖਣਾ, ਕਦੀ ਇਹਨੇ ਮਤਲਬ ਵੀ ਭੈਣ ਨੂੰ ਸਾਡੀ ਨੂੰ ਕੁੱਟਣਾ ਤੇ ਵਾਪਸ ਆ ਜਾਣਾ। ਫਿਰ ਉਹ ਸਾਡੇ ਵੱਡਿਆਂ ਨੇ ਕਿਹੜਾ ਮਤਲਬ ਵੀ ਭੇਜ ਦੇਣਾ ਵਾਪਸ ਉਹਦੇ ਘਰ ਹੀ। 15 ਸਾਲ ਕਿਸ ਵਜ੍ਹਾ ਤੋਂ ਬਰਦਾਸ਼ਤ ਕਰਦਾ ਰਿਹਾ ਅਗਰ ਤੂੰ ਜਿਹੜੇ ਇਲਜ਼ਾਮ ਲਾ ਰਿਹਾ ਸੱਚੇ ਨੇ? ਇਹ ਮਤਲਬ ਕਿ ਵੱਡਿਆਂ ਦੇ ਮੂੰਹ ਨੂੰ ਵੀ ਤਾਂ ਵੇਖਣਾ ਸੀ, ਅੰਮੀ ਅੱਬੂ ਸਾਰਿਆਂ ਦੇ ਮੂੰਹ ਨੂੰ ਵੇਖ ਕੇ। ਉਹ ਕਿੱਥੇ ਗਏ ਹੁਣ? ਮੂੰਹ ਉਹਨਾਂ ਦੇ ਕਿੱਥੇ? ਨਹੀਂ ਹੈਗੇ ਦੁਨੀਆ 'ਚ? ਚਲੇ ਗਏ ਨੇ? ਨਹੀਂ ਹੈਗੇ ਨੇ ਜੀ। ਹੈਗੇ ਨੇ? ਤੇ ਹੁਣ ਕਿਉਂ ਨਹੀਂ ਮੂੰਹ ਵੇਖਿਆ ਉਹਨਾਂ ਦਾ? ਜੋ ਮੈਨੂੰ ਮਤਲਬ ਕਿ ਸਹੀ ਲੱਗਿਆ, ਗੈਰਤ ਨਹੀਂ ਗਵਾਰਾ ਕੀਤੀ ਮੈਂ। ਗੈਰਤ ਕਿਸ ਚੀਜ਼ ਦੀ? ਉਹਨੂੰ ਮਾਰ ਦਿੱਤਾ। ਗੈਰਤ ਇਹਦੇ ਵਿੱਚ ਤਸ਼ੱਦਦ ਦੇ ਵਿੱਚ ਗੈਰਤ ਕਿਸ ਚੀਜ਼ ਦੀ? ਉਹਦੇ ਸਰ ਮਤਲਬ ਕਿ ਉਹ ਜ਼ਨਾ ਕਰਦਾ ਸੀ। ਅੱਛਾ। ਤੇ ਸਾਡੇ ਕੋਲੋਂ ਨਹੀਂ ਬਰਦਾਸ਼ਤ ਹੋਇਆ, ਦੁਕਾਨ ਤੇ ਲਿਆ ਕੇ ਕੁੜੀਆਂ ਮਤਲਬ ਵੀ ਕਿਹੜਾ ਕਿਸ ਚੀਜ਼ ਦੀ ਦੁਕਾਨ ਸੀ? ਡਾਕਟਰੀ ਦਾ ਵੀ ਕੰਮ ਕਰਦਾ ਸੀ, ਨਾਲ ਦਵਾਈ ਦਿੰਦਾ ਸੀ। ਅੱਛਾ। ਉਹ ਕੀ ਕਹਾਣੀ ਉਹ ਜਿਹੜੇ ਤੂੰ ਪੈਸੇ ਲਿੱਤੇ ਸੀ ਉਹਦੇ ਕੋਲੋਂ, ਜਿਹਦਾ ਸੂਦ ਦਿੰਦਾ ਸੀ ਤੂੰ? ਉਹ ਸੂਦ ਨਹੀਂ ਸੀ ਸਰ, ਉਹ ਮਤਲਬ ਪ੍ਰਾਫਿਟ ਤੇ ਪੈਸੇ ਉਹਦੇ ਕੋਲੋਂ। ਪ੍ਰਾਫਿਟ ਕੀ ਹੁੰਦਾ ਹੈ? 2 ਲੱਖ ਰੁਪਇਆ ਲਿੱਤਾ ਹੋਇਆ ਸੀ ਤੇ ਮੇਰਾ ਸੀਲਿੰਗ ਦਾ ਕਾਰੋਬਾਰ ਹੈ ਤੇ ਉਹ ਮਤਲਬ ਕਿ ਮੈਂ ਉਹਨੂੰ ਪ੍ਰਾਫਿਟ ਦਿੰਦਾ ਹੁੰਦਾ ਸੀ ਉਹਦੇ। ਕਦੋਂ ਲਿੱਤਾ ਸੀ? ਉਹ ਤਕਰੀਬਨ 6 ਮਾਹ ਪਹਿਲੇ ਲਿਆ, 5-6 ਮਾਹ ਪਹਿਲੇ। ਅੱਛਾ। ਤੇ ਉਹਦਾ ਸੂਦ ਕਿੰਨਾ ਦਿੰਦਾ ਸੀ? ਉਹਦਾ 8000 ਰੁਪਏ। 8000 ਰੁਪਏ ਇੱਕ ਮਾਹ ਦਾ। ਉਹ ਕਹਿੰਦਾ ਵਧਾ ਦੇ। ਉਹ ਮੈਂ ਜੀ ਉਹਨੂੰ ਆਖਿਆ ਸੀ, ਮੈਂ ਕਿ ਵੀ ਮਤਲਬ ਕਿ ਤੇ ਫਿਰ ਵਜ੍ਹਾ ਤੇ ਇਹ ਹੋਈ ਨਾ, ਤੂੰ ਇਸ ਵਜ੍ਹਾ ਤੋਂ ਕਤਲ ਕੀਤਾ? ਇਹ ਵਜ੍ਹਾ ਹੈਗੀ ਹੋਈ ਨਹੀਂ ਦੀ। ਹੈਂ? ਇਹਦਾ ਕਿੰਨੀ ਵੀ ਬਰਾਦਰੀ ਜਾਂ ਰਿਸ਼ਤੇਦਾਰ ਜਿੰਨਾ ਵੀ ਬੈਠਾ ਨਾ, ਉਹਦੇ ਭਰਾ ਵੀ ਬੈਠੇ ਨੇ, ਇਹ ਹਰ ਬੰਦੇ ਨਹੀਂ ਪਤਾ ਹੈ। ਉਹ ਹੁਣ ਬਾਅਦ ਚ ਜੋ ਕਦੋਂ ਲਿੱਤੇ ਸੀ ਪੈਸੇ? ਉਹ ਤਕਰੀਬਨ 5-6 ਮਾਹ ਪਹਿਲੇ। 5-6 ਮਾਹ ਪਹਿਲੇ। 15 ਸਾਲ ਪਹਿਲੇ ਸ਼ਾਦੀ ਕੀਤੀ, 4-5 ਸਾਲ ਬਾਅਦ ਪਤਾ ਲੱਗ ਗਿਆ ਕਿ ਇਹ ਗਲਤ ਆਦਮੀ ਹੈ। ਜੀ। ਤੂੰ ਹੁਣੀ ਦੱਸਿਆ ਹੈ ਕਿ ਉਹ ਅਜੀਬ ਆਦਮੀ ਸੀ, ਉਹਦੀ ਸ਼ਕਲ ਵੇਖਣੀ ਸੀ, ਉਹ ਵੀ ਵੇਖ ਲਾਂਗੇ। 4 ਬੱਚੇ ਪੈਦਾ ਹੋ ਗਏ ਜੀ। ਤੇ ਫਿਰ 6 ਮਹੀਨੇ ਪਹਿਲੇ ਤੂੰ ਉਹਦੇ ਕੋਲੋਂ 2 ਲੱਖ ਰੁਪਏ ਉਹ ਵੀ ਉਧਾਰ ਲੈ ਲਿਆ। ਇਹ ਕਿਹੜੀ ਗੈਰਤ ਹੈ? ਇਹਦਾ ਜਵਾਬ ਦੇਣਾ ਤੂੰ। ਉਹ ਮੇਰੀ ਸਿਸਟਰ ਨੇ ਲੈ ਕੇ ਦਿੱਤਾ ਸੀ ਮੈਨੂੰ ਕਿ ਮਤਲਬ ਵੀ ਸੇ ਪੈਸੇ ਹੈਗੇ ਨੇ, ਤੂੰ ਮਤਲਬ ਸਾਡੇ ਕੋਲ ਲੈ ਲੈ ਕਾਰੋਬਾਰ ਵਾਸਤੇ। ਮੈਂ ਲੈਂਦਾ ਵੀ ਨਹੀਂ ਪਿਆ ਸੀ, ਉਹਨੇ ਦਵਾਏ ਸੀ ਉਹਦੇ ਕੋਲੋਂ, ਨਦੀਮ ਕੋਲੋਂ ਪੈਸੇ ਕਿ 2 ਲੱਖ ਰੁਪਇਆ ਮਤਲਬ ਵੀ ਲੈ ਲੈ ਤੇ ਕਿਹੜਾ ਨਾ ਸਾਨੂੰ ਪ੍ਰਾਫਿਟ ਦੇ ਦੀ ਕਰ। ਉਹ ਮੈਂ ਨਦੀਮ ਦੇ ਮੂੰਹ ਨੂੰ ਲਿੱਤੇ ਵੀ ਨਹੀਂ ਦੇ। ਅੱਛਾ। ਕਿਹਦੇ ਮੂੰਹ ਨੂੰ ਲਿੱਤੇ? ਮੈਂ ਸਿਰਫ ਭੈਣ ਦੇ ਮੂੰਹ ਨੂੰ ਲਿੱਤੇ ਸੀ। ਤੇ ਲਿੱਤੇ ਕਿਹਦੇ ਕੋਲੋਂ ਹੈ? ਉਹਨੇ ਲੈ ਕੇ ਦਿੱਤੇ ਨੇ। ਉਸੇ ਹੀ ਬੰਦੇ ਕੋਲੋਂ ਜਿਹਨੂੰ ਗੈਰਤ ਦੁਬਾਰਾ ਨਹੀਂ ਕਰ ਰਹੀ ਸੀ, ਉਹਦੇ ਕੋਲ ਪੈਸੇ ਲੈਣ ਵਾਸਤੇ ਗੈਰਤ ਹੈਗੀ ਹੈ ਤੇਰੇ ਕੋਲ? ਮੇਰੇ ਹਾਲ ਵੇਖ। ਉਹ ਕਾਰੋਬਾਰ ਵਾਸਤੇ ਸਰ ਲੈਣ, ਮੈਂ ਫ੍ਰੀ ਨਹੀਂ ਲੈ। ਹਾਂ।
ਤੇ ਕਾਰੋਬਾਰ ਕਰੀਦਾ ਗਲਤ ਬੰਦਿਆਂ ਨਾਲ ਜਾਂ ਤੂੰ ਇਲਜ਼ਾਮ ਲਾ ਰਹੇ ਹੁਣ ਤੇ ਕਤਲ ਹੋ ਗਿਆ, ਉਹਦੇ ਨੂੰ ਪੁੱਛ ਵੀ ਨਹੀਂ ਸਕਦੇ ਨਾ, ਹੁਣ ਤੇਰੀ ਗੱਲ ਹੀ ਹੈ। ਤੇ ਭਰਾਵਾਂ ਨੂੰ ਜਾਂ ਦੂਸਰਿਆਂ ਨੂੰ ਤਾਂ ਪਤਾ ਹੀ ਹੈ ਨਾ ਮਦਈਆਂ ਨੂੰ मतलब ਕੀ ਹੈਗਾ ਸੀ ਤੇ ਕੀ नहीं है। नाज़रीन, इस वक्त हम कंगनपुर के नवाई गांव डुट्टे में मौजूद हैं, जहां का मकतूल जो डॉक्टर नदीम है वो यहाँ का रिहायशी था। उनके भाई और अहले इलाका भी मौजूद हैं। इन्हीं की ज़ुबानी जानते हैं कि इनके भाई को क्यों कत्ल कर दिया गया। बड़ा अफसोसनाक वाक़या है जी। किंज इतला मिली तुहाडे भाई नूं कत्ल कर दित्ता? ਜਿਹਨੇ ਮਾਰਿਆ ਉਹਨੇ ਆਪਦੀ ਭੈਣ ਨੂੰ ਫੋਨ ਕੀਤਾ ਵੀ ਭਾਨ ਸੀ ਨਾਲ ਗੱਲ ਕਰਾਓ ਜੀ, ਡਾਕਟਰ ਦਾ ਕਤਲ ਹੋ ਗਿਆ। ਉਹ ਮੁਲਜ਼ਮ ਜਿਹੜਾ ਹੈ ਉਹ ਇਲਜ਼ਾਮ ਲਾਉਂਦਾ ਤੁਹਾਡੇ ਭਾਈ ਤੇ ਕਿ ਉਹ ਆਪਣੀ ਬੀਵੀ ਨੂੰ ਬੜਾ ਟੌਰਚਰ ਕਰਦਾ ਸੀ, ਹੋਰ ਵੀ ਮਾਮਲਾ ਤੇ ਇਹੋ ਜਿਹੇ ਦੂਸਰੇ ਇਲਜ਼ਾਮਾਤ ਵੀ ਲਾਉਂਦਾ ਹੈ। ਇਹਦੇ ਵਿੱਚ ਕੋਈ ਹਕਾਇਕ ਹੈਗਾ? ਨਹੀਂ, ਸਾਰਿਆਂ ਦੇ ਵਿੱਚ ਕੋਈ ਨਹੀਂ, ਸਭ ਝੂਠ ਮਾਰਦਾ ਪਿਆ, ਬੇਇੱਜ਼ਤ ਕਰਦਾ ਪਿਆ ਸਾਡੇ ਭਰਾ ਨੂੰ। ਆ ਪਿੰਡ ਵਾਲੇ ਖਲੇ ਨੇ, ਇਹਨਾਂ ਕਿਸੇ ਨੂੰ ਪੁੱਛ ਸਕਦਾ ਜੀ, ਮਹੱਲੇ ਵਾਲੇ ਨੇ, ਦੁਕਾਨਦਾਰੀ ਉੱਥੇ ਤੁਹਾਨੂੰ ਦੁਕਾਨ ਤੇ ਲੈ ਚੱਲਦੇ ਆ, ਉਹ ਸਾਰਿਆਂ ਨੂੰ ਪੁੱਛ ਲਿਆ ਜੀ ਵੀ ਉਹਦਾ ਕੀ ਕਰੈਕਟ ਸੀ ਕੀ ਨਹੀਂ ਸੀ, ਤੁਹਾਨੂੰ ਸਾਰੇ ਦੱਸਾਂ ਦੇ ਝੂਠ ਇਲਜ਼ਾਮ ਲਾਈ ਜਾਂਦਾ। ਪਹਿਲੇ ਵੀ ਕੋਈ ਲੜਾਈ ਝਗੜਾ ਹੁੰਦਾ ਸੀ, ਕੋਈ ਮਾਰ ਕੁਟਾਈ, ਕੋਈ ਟੌਰਚਰ ਕੋਈ ਨਹੀਂ ਹੁੰਦਾ ਸੀ ਜੀ। ਜੇ ਹੁੰਦਾ ਤੇ ਮਹੱਲੇ ਵਾਲੇ ਸਾਰੇ ਦੱਸਣਾ, ਮੈਂ ਨਾਲ ਰਹਿਣਾ, ਮੈਨੂੰ ਪਤਾ ਸੀ। ਸ਼ਾਦੀ ਕਿੰਨਾ ਅਰਸਾ ਪਹਿਲੇ ਹੋਈ ਸੀ? ਸ਼ਾਦੀ ਹੋਈ ਸੀ 14 ਜਾਂ 15 ਸਾਲ ਹੋ ਗਏ। 15 ਸਾਲ ਤੇ 4 ਬੱਚੇ ਵੀ? 4 ਬੱਚੇ, ਛੋਟੇ ਛੋਟੇ ਬੱਚੇ ਨੇ ਜੀ, ਛੋਟੇ ਛੋਟੇ। ਹੁਣ ਸਾਡਾ ਇਹਦੇ ਕੀ ਕਹਿਣਾ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਇਨਸਾਫ ਮਿਲਣਾ ਚਾਹੀਦਾ। ਮੁਲਜ਼ਮਾਨ ਤੇ ਇਹ ਸਿਰਫ 2 ਗ੍ਰਿਫਤਾਰ ਹੋਏ ਆ, ਜਿਹਦੇ ਵਿੱਚ ਇੱਕੋ ਸਾਲਾ ਹੈ ਤੇ ਨਾਲ ਉਹਦਾ ਮੁਲਾਜ਼ਮ ਹੈ। ਤੁਹਾਡੇ ਮੁਤਾਬਕ ਉਹਦੀ ਬੀਵੀ ਵੀ ਇਹਦੇ ਵਿੱਚ ਇਨਵੋਲਵ ਹੈ, ਉਹਦੇ ਕਹਿਣ ਤੇ ਕਤਲ ਕੀਤਾ ਗਿਆ? ਹਾਂਜੀ। ਤੇ ਉਹਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਹੁਣ ਤੱਕ? ਉਹਦਾ ਜੀ ਨਾਮ ਹੱਥ ਹੈ, ਉਹ ਵੀ ਆਪੇ ਲੈ ਜਾਂਦੇ ਹੁਣ ਫੜ ਕੇ ਪੁਲਿਸ ਵਾਲੇ। ਸਹੀ ਹੈ। ਇਹ ਕਿੱਥੇ ਹੈ ਉਹਦੀ? ਘਰ ਹੈ ਜੀ, ਤੁਹਾਡੇ ਕੋਲ ਹੀ ਰਹਿ ਰਹੀ ਹੈ? ਸਾਡੇ ਕੋਲ ਜਿਹੜੇ ਪੈਸੇ ਗਏ ਡਾਕਟਰ ਦੇ 4-5 ਲੱਖ ਰੁਪਈਆ ਉਹਨੇ ਉਸੇ ਦਿਨ ਹੀ ਉਹਨਾਂ ਨੇ ਆਦਾ ਦੇ ਪਿੱਛਾ ਤੋੜ ਦਿੱਤਾ, ਪਿੱਛੇ ਪਜਾਤ ਉਹ ਹੀ ਪੈਸੇ ਲਾਉਂਦੇ ਪੈਣੇ ਉੱਤੇ। ਅਸੀਂ ਗਰੀਬ ਬੰਦੇ ਆ, ਦਿਹਾੜੀ ਮਿਹਨਤ ਕਰਨ ਵਾਲੇ ਆ, ਸਾਡੇ ਕੋਲ ਪੈਸਾ ਨਹੀਂ ਹੈਗਾ, ਉਹ ਪੈਸਾ ਇੱਥੋਂ ਹੀ ਜਾ ਕੇ ਉਹ ਲਾਈ ਜਾ ਰਹੇ ਨੇ, ਉਹਨਾਂ ਨੂੰ ਟੈਨਸ਼ਨ ਕੋਈ ਨਹੀਂ। ਅਗਰ ਉਹ ਕਤਲ 'ਚ ਮੁਲਵਿਸ ਹੈ ਤਾਂ ਤੁਹਾਡੇ ਘਰ 'ਚ ਕਿਉਂ ਰਹਿ ਰਹੀ ਹੈ? ਸਾਡੇ ਘਰ 'ਚ ਹੁਣ ਮੈਂ ਮਜਬੂਰ ਹਾਂ ਜੀ, ਮੈਂ ਕੀ ਕਰ ਸਕਦਾ ਜੀ, ਮੇਰੇ ਗੱਲ ਪੈਂਦੀ ਹੈ। ਮੇਰਾ ਪਰਚਾ ਕਰਵਾਉਣ ਚੱਲੀ ਸੀ ਵੀ ਮੈਨੂੰ ਇਹਨੇ ਇੰਜ ਕੀਤਾ, ਮੈਂ ਡਰਦਾ ਉਹ ਘਰ ਨਹੀਂ ਜਾਂਦਾ ਪਿਆ। ਦੁਆਰ ਨਾਲ ਅਲੱਗਾ ਘਰ ਹੈ ਤੁਹਾਡੇ ਭਾਈ ਦਾ? ਦੁਆਰ ਹੋਈ ਉਹ ਮੇਰਾ ਪਰਚਾ ਕਰਾਉਣ ਚੱਲੀ ਸੀ ਵੀ ਇਹਨੇ ਮੇਰੇ ਨਾਲ ਜਾਤੀ ਕੀਤੀ, ਇਹਨੇ ਕੀਤਾ। नाज़रीन, इस वक्त हमारे साथ SHO कंगनपुर आबिद महमूद छीना साहब मौजूद हैं। उन्हीं की ज़ुबानी जानते हैं कि उन्होंने एक कत्ल की वारदात को किस तरह से बेनकाब किया और असल मुल्ज़मान तक वो किस तरह से पहुँचे। बहुत शुक्रिया आबिद साहब, आपने वक्त दिया। इल्ज़ाम लगा रहा है मकतूल पर कि उसके मरासिम थे जिसकी वजह से ये सब कुछ उसने किया। फिर उससे ये भी पूछा गया कि अगर सारे मामला थे तो तुमने उससे पैसे भी लिए, फिर एक शादी नहीं बल्कि 2 बहनों की एक ही ख़ानदान में शादी की हुई है, तो उसके बाद उसके पास कोई जवाब नहीं था। असल में वो जो कहानी वो तो गैरत पे ये सारा मामला डाल रहा है। आपकी तफ्तीश क्या कहती है? सर थैंक यू सो मच, वेलकम टू द पुलिस स्टेशन कंगनपुर। एग्जैक्टली आपने बड़ा खूबसूरत जो है ब्यूटीफुली उस पॉइंट को पिन पॉइंट कर लिया, ग्रैस्प कर लिया जो मैं बताने वाला। एग्जैक्टली ऐसा है कि फर्स्ट ऑफ ऑल तो 2 बहनों की शादी एक घर में हुई है। सही। अगर पहला जो उनका बहन हुई है उसको ही वॉज करेक्टरलेस, तो हाउ इज इट पॉसिबल कि उन्होंने दूसरी बहन का रिश्ता वहाँ पे दे दिया उस घर में। सेकेंडली, अगर वो करेक्टरलेस था तो उसके अल्हम्दुलिल्लाह 4 बच्चे हैं। सही। इस खातून में से, उसके इस मर्द में से जो डॉक्टर नदीम है, इसमें से 4 बच्चे हैं। बिल्कुल। थर्डली, 15 साल हो गए शादी यस, अगर मकतूल जो है डिसीज जो है वो करेक्टरलेस था तो इनकी इतनी, देखिए जहाँ पे इंसान लेन देन करता है, जहाँ से ख़ासतौर पे कर्जे में रकम लेता है, ऑब्वियसली वहाँ पे आपका एक आइडियल जो है रिलेशन ट्रस्ट होती है, म्यूचुअल ट्रस्ट होता है। फिर आप जो है 8, 10 या 4, 6 लाख किसी को देते हैं। सही। वो 2 लाख कहता है। ये 2 लाख अमाउंट थी कि 7-8? व्हाटएवर द अमाउंट वाज, दैट इज नॉट द क्वेश्चन। ठीक है। अब क्वेश्चन इसमें ये है कि उनका चूंकि ट्रस्ट बिल्डिंग थी, एक आपस में ग्रीन रिलेशनशिप था, एक आपस में कंफर्ट जोन था, तो ट्रांजैक्शन हुई थी, उन्होंने पैसे दिए, अदरवाइज़ वो उनको पैसे नहीं देते। बिल्कुल। अब अगर उसकी गैरत का मामला था, अगर वो ये कहता है कि पिछले 6-8 साल से इसके जो है एक्स्ट्रा मैट्रिमोनियल रिलेशंस थे, ये सेक्सुअली करप्ट था, मतलब जो इल्ज़ाम लगा रहा है कातिल की तरफ से एक्यूजेशंस जो है रेज़ की गई हैं कि मकतूल जो है वो करेक्टरलेस था, वो मेरी बहन पे तशद्दुद करता था। तो हाउ इज़ इट पॉसिबल कि इफ़ समवन इज़ करेक्टरलेस, तो फिर उसके 4 बच्चे हैं और वो फिर जो है अपने साले के साथ उसके जो है इतना क्लोज बॉन्डिंग है, वो उससे पैसे भी उधार ले रहा है, उसको फिश पार्टी भी कर रहा है, उसको मंथली ट्रांजैक्शंस भी कर रहा है। तो ये सिर्फ अनफॉर्चुनेटली हमारी सोसाइटी का वो एलिमेंट है
कि अपने जो जुर्म को हाइड करने के लिए हम अनफॉर्चुनेटली सम सिचुएशंस में सहारा ले लेते हैं करैक्टर असैसिनेशन का, और सम सिचुएशंस में हम मज़हब का सहारा ले लेते हैं। ये अक्सर औकात ही केसेस में होता है, गैरत के नाम पर कत्ल करने के बाद बड़े फ़ख्र के साथ अक्सर औकात मुल्ज़मान जो है वो कहते हैं हमने ये कत्ल की वारदात गैरत की वजह से की है। तो ऐसे केसेस आपने पहले भी काफ़ी ऑब्वियसली ऐसे केसेस रिपोर्ट होते रहते हैं। ये गैरत वगैरह वाले, इंसान की गैरत भी वैसे भी ये नहीं होती। इंसान की गैरत ये होती है कि वो राइट चीज़ के लिए एट द राइट टाइम खड़ा हो। सही। ये गैरत नहीं है कि आप अपनी पसंद के अपने अंदाज से फैसले करें और उन पर गैरत का झंडा लहरा दें। बिल्कुल ये नहीं है। इसमें बेसिकली फाइनेंशियल जो साइड जो है डोमिनेंट थी, और फाइनेंशियल जो रुपए की हवस है उसने रिश्तों को। ਇਹ ਕਤਲ ਹੋਇਆ ਮਦਈ ਆ ਬਣਦਾ ਪਿਆ ਸੀ, ਮਦਈ ਬਣ ਗਿਆ ਜਦੋਂ ਇੱਥੋਂ ਨਸ ਗਿਆ, ਗਾਇਬ ਹੋ ਗਿਆ। ਮਦਈ ਤੇ ਨਹੀਂ ਬਣਿਆ, ਮਦਈ ਤੇ ਮਦਈ ਬਣਦਾ ਸੀ। ਹਾਂ। ਉਹ ਅਸੀਂ ਮਨਾ ਕੀਤਾ ਵੀ ਤੂੰ ਮਦਈ ਨਹੀਂ ਬਣ ਸਕਦਾ, ਮੈਂ ਬਣਾ ਦਾ, ਮੈਂ ਉਹਦਾ ਭਰਾ ਹਾਂ। ਉਸ ਤੋਂ ਬਾਅਦ ਜੀ ਉਹ ਨਸ ਗਿਆ, ਇੱਥੋਂ ਗਾਇਬ ਹੋ ਗਿਆ। ਤੇ ਘਰਦਿਆਂ ਨੇ ਆਖਿਆ ਜੀ ਉਹ ਗਵਾਹ ਹੋ ਗਿਆ, ਗਵਾਹ ਹੋ ਗਿਆ। ਦੋਵੇਂ ਮੁੰਡੇ ਜਿਹੜੇ ਫੜੀਚਾ ਇੱਕ ਉਹ ਦੇ ਕੇ ਗਵਾਹ ਹੋ ਗਿਆ ਜੀ, ਗਵਾਹ ਹੋ ਗਿਆ। ਉਹ ਜੀ ਸਾਨੂੰ ਜੀ ਫੋਨ ਆਇਆ ਥਾਣੇ ਚੋਂ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਦੇ ਪਿਆ ਸੀ, ਸਰ ਜੀ ਸਾਨੂੰ ਪਤਾ ਹੁੰਦਾ ਤੇ ਅਸੀਂ ਤੁਹਾਨੂੰ ਦੱਸ ਦਿੰਦੇ। ਸਹੀ। ਪਲੈਨਿੰਗ ਕੀ ਕੀਤੀ ਸੀ ਅਸਲ ਦੇ ਵਿੱਚ ਕਿ ਕੀ ਇਹਨੂੰ ਸ਼ੋਅ ਕੋਈ ਕਰਾਂਗੇ? ਸਰ- ਡਾਕੂ ਮਾਰ ਗਏ ਜਾਂ ਮੋਟਰਸਾਈਕਲ ਦੇ ਉੱਤੇ ਡਿੱਗਿਆ ਪਿਆ ਜੀ ਸੀ? ਪਲਾਨਿੰਗ ਮਤਲਬ ਵੀ ਕਿਹੜਾ ਬਾਅਦ ਚ ਜੀ ਸ਼ੋਅ ਹੋਣਾ ਸੀ। अब जो है ऑन द 6th डे ऑफ मर्डर ऑफ डॉक्टर नदीम एक ऐसी जो है ड्रामाई सूरत ऐसी डेवलपमेंट हुई जिससे मुझे कंफर्म हो गया कि व्हाट आई एम थिंकिंग अबाउट द क्राइम सीन एंड मर्डर ऑफ डॉक्टर नदीम, दैट इज़ ट्रू। ਕਦੋਂ ਕੀਤੀ? ਅਸਲ ਵਜ੍ਹਾ ਕੀ ਬਣੀ ਕਤਲ ਕਰਨ ਦੀ? ਮੇਰੇ ਵੱਲ ਵੇਖਣਾ। ਪਲੈਨਿੰਗ ਸਾਡੀ ਕੋਈ ਪਲੈਨਿੰਗ ਨਹੀਂ ਹੈਗੀ ਸੀ ਵੀ ਪਲੈਨਿੰਗ ਨਾਲ ਮਤਲਬ ਵੀ ਮਾਰਨਾ ਇਹਨੂੰ। ਉਵੇਂ ਤਾਂ ਸਾਡਾ ਕੋਈ ਇਰਾਦਾ ਨਹੀਂ ਹੈਗਾ ਸੀ ਮਤਲਬ ਪਲੈਨਿੰਗ ਵਾਲਾ। ਬਸ ਅਚਾਨਕ ਹੀ ਕਿਹੜਾ ਕਦੋਂ ਸੋਚ ਲਿਆ ਤੂੰ? ਬਸ ਕਿਦਨ ਮਾਰਿਆ ਜੀ, ਕਦੋਂ? ਮਤਲਬ ਕਿਦਨ ਮਾਰਿਆ 19 ਤਰੀਕ ਵਾਲੇ ਦਿਨ। ਹਾਂ, ਉਸ ਦਿਨ ਸੋਚੇ? ਉਸੇ ਦਿਨ ਸੋਚਿਆ। ਉਦੋਂ ਹੀ ਸਿਰਫ ਮਤਲਬ ਉਹ ਆਇਆ ਸੀ ਤੂੰ ਖਾਣਾ ਖਾਣ ਵਾਸਤੇ, ਠੀਕ। ਅੱਛਾ। ਤੇ ਵਾਪਸ ਹੀ ਤੇ ਅਸੀਂ ਉਹਦੇ ਨਾਲ ਮਤਲਬ ਮੈਂ ਤੇ ਤਨਵੀਰ ਉਹਦੇ ਨਾਲ ਹੀ ਬਹਿ ਗਏ ਤੇ ਅਸੀਂ ਰਾਸਤੇ ਵਿੱਚ ਜਾ ਕੇ ਉਹਨੂੰ ਫਾਇਰ ਮਾਰ ਦਿੱਤੇ। ਉਹ ਸੋਚਿਆ ਨਹੀਂ ਸੀ ਤੂੰ? ਨਹੀਂ ਪਿਸਤੌਲ ਕਿੱਥੋਂ ਉੱਡ ਕੇ ਆਈ ਤੇਰੇ ਕੋਲ? ਨਹੀਂ, ਪਿਸਤੌਲ ਮੇਰੇ ਕੋਲ ਪਹਿਲੇ ਹੈਗੀ ਸੀ ਤਕਰੀਬਨ 6-7 ਮਾਹ ਤੋਂ। ਤੇ ਜਿਹੜਾ ਤਨਵੀਰ ਤੇਰਾ ਮੁਲਾਜ਼ਮ ਹੈ ਉਹਦੇ ਕੋਲ ਕਿੱਥੋਂ? ਉਹਦੇ ਕੋਲ ਵੀ ਹੈਗੀ ਸੀ? ਉਹਦੇ ਕੋਲ ਦੋਨੋਂ ਪਿਸਤੌਲ ਲਾ ਕੇ ਖਾਣਾ ਖਾਣ ਗਏ ਸੀ ਤੇ ਮਾਰ ਅਚਾਨਕ ਦਿੱਤਾ। ਬਦਮਾਸ਼ ਹੈ ਤੂੰ, ਦੁਸ਼ਮਨਦਾਰ ਹੈ, ਪਿਸਤੌਲ ਕਿਉਂ ਲਾਣਾ ਹੈ? ਸਰ ਉਦੋਂ ਹੀ ਅਚਾਨਕ ਤੁਹਾਨੂੰ ਦੱਸਣਾ ਤਾਂ ਪਿਆ। ਅਚਾਨਕ ਤੇ ਠੀਕ ਹੈ, ਤੇਰੀ ਗੱਲ ਹੀ ਪੁੱਛ ਰਿਹਾ ਨਾ। ਤੂੰ ਤੇ ਅਚਾਨਕ ਮਾਰਿਆ ਹੈ ਤੇ ਅਚਾਨਕ ਚੋਂ ਪਿਸਤੌਲ ਕਿੰਜ ਆ ਗਈ ਤੇਰੇ ਕੋਲ? ਪਲੈਨਿੰਗ ਕੀਤੀ ਹੋਏਗੀ ਤੇ ਆਣੀ ਹੈ ਨਾ ਪਿਸਤੌਲ। ਸਰ ਉਦੋਂ ਦੀ ਪਲੈਨਿੰਗ ਸੀ। ਉਹ ਤੇ ਪਲੈਨਿੰਗ ਦੱਸ ਫਿਰ ਕਿਸ ਟਾਈਮ ਕੀਤੀ ਹੈ? ਕਿੰਜ ਖਾਣੇ ਤੇ ਬੁਲਾਇਆ? ਉਹ ਸਾਰੀ ਸਟੋਰੀ ਸਰ ਸੁਣਾਣੀ। ਖਾਣੇ ਤੇ ਆਪ ਹੀ ਆਇਆ, ਅਸੀਂ ਨਹੀਂ ਬੁਲਾਇਆ। ਅੱਛਾ। ਜਦੋਂ ਫੋਨ ਆਇਆ ਤੈਨੂੰ ਕਿੰਨੇ ਵਜੇ ਉਹਨੇ ਆਇਆ? ਫੋਨ ਕੀਤਾ ਤਕਰੀਬਨ 5-6 ਵਜੇ ਕੀਤਾ, 5 ਵਜੇ ਸ਼ਾਮ ਨੂੰ? ਹਾਂਜੀ। ਕੀ ਕਹਿੰਦਾ? ਕਿ ਮਤਲਬ ਵੀ ਪ੍ਰੋਗਰਾਮ ਹੈ ਮੱਛੀ ਖਾਣੀ ਹੈ ਤੇ ਅੱਛਾ। ਉਹ ਸਾਡੇ ਕੋਲ ਆ ਗਿਆ ਉੱਥੇ ਠੀਕ ਮੋੜ ਖਾਣਾ ਖਾਣ ਵਾਸਤੇ। ਤੂੰ ਉਧਰ ਹੈਗਾ ਸੀ ਥੀਮ ਮੋੜ? ਹਾਂਜੀ। ਕੀ ਕਰ ਰਿਹਾ ਸੀ? ਮੇਰਾ ਘਰ ਹੈ ਠੀਕ ਮੋੜ। ਅੱਛਾ, ਘਰ ਆਇਆ ਤੇਰੇ? ਨਹੀਂ, ਘਰ ਨਹੀਂ ਆਇਆ, ਉੱਥੇ ਬਾਹਰ ਹੀ ਆਇਆ ਸੀ। ਅੱਛਾ, ਫਿਰ ਤੇ ਉੱਥੋਂ ਬਾਹਰ ਹੀ ਅਸੀਂ ਮੱਛੀ ਖਾਈ ਹੈ ਮੱਛੀ ਖਾਧੀ ਉਹਦੇ ਨਾਲ? ਤੇ ਉਹਦੇ ਤੋਂ ਬਾਅਦ ਅਸੀਂ ਉਹਦੇ ਨਾਲ ਹੀ ਚੱਲ। ਕੀ ਗੱਲਾਂ ਕਰਦੇ ਰਹੇ ਮੱਛੀ ਖਾਣ ਦੇ ਦੌਰਾਨ? ਉਹਦੇ ਦਰਮਿਆਨ ਕੋਈ ਗੱਲ ਵੀ ਨਹੀਂ ਹੋਈ, ਬਸ ਮੱਛੀ ਖਾਈ ਹੈ। ਪਲੈਨਿੰਗ ਕਦੋਂ ਬਣਾਈ ਸੀ? ਉਹਦੇ ਤਕਰੀਬਨ 2 ਘੰਟੇ ਪਹਿਲੇ। 2 ਘੰਟੇ ਪਹਿਲੇ? ਇਹਨੂੰ ਕੀ ਕਿਹਾ? ਕੁਛ ਵੀ ਨਹੀਂ, ਇਹਨੂੰ ਮੈਂ ਪਹਿਲੇ ਹੀ ਮਤਲਬ ਕਿ ਹਫ਼ਤਾ ਕੁ ਪਹਿਲੇ ਦੱਸਿਆ ਸੀ ਕਿ ਮਤਲਬ ਕਿ ਨਦੀਮ ਕਿਹੜਾ ਜ਼ਲੀਲ ਇੰਜ ਕੀਤੀ ਖਲਾ। ਜ਼ਲੀਲ ਕੀ ਕਰ ਰਿਹਾ ਸੀ? ਸਰ ਤੁਹਾਨੂੰ ਦੱਸਿਆ ਤਾਂ ਹੈਗਾ ਮਤਲਬ ਕਿਹੜਾ ਜ਼ੁਲਮ ਉਹ ਤੇ 15 ਸਾਲ ਤੋਂ ਕਰ ਰਿਹਾ ਸੀ ਨਾ। ਤੇ ਬਸ ਸਾਡੀ ਬਰਦਾਸ਼ਤ ਖਤਮ ਹੋ ਗਈ ਸੀ ਨਾ ਸਰ। ਅੱਛਾ। ਕਿੰਨੀ ਕੁ ਦੇਰ ਅਸੀਂ ਬਰਦਾਸ਼ਤ ਕਰ ਹਫਤਾ ਪਹਿਲੇ ਕੀ ਦੱਸਿਆ ਇਹਨੂੰ? ਕਿ ਮਤਲਬ ਵੀ ਆਪਾਂ ਨਦੀਮ ਨੂੰ ਕਿਹੜਾ ਮਾਰਨਾ ਹੈ। ਅੱਛਾ। ਤੇ ਬਸ ਉਹਦਾ ਨਾ ਮਤਲਬ ਕੀ ਕਹਿੰਦਾ ਹੈ? ਕਦੋਂ ਮੱਛੀ ਮਤਲਬ ਖਾਣ ਆਇਆ, ਇਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਨਦੀਮ ਨੇ ਅੱਜ ਜਾਣਾ ਹੈ ਤੇ ਕਿਹੜਾ ਤੂੰ ਪਿਸਟਲ ਲੈ। ਅੱਛਾ। ਕਹਿੰਦਾ ਠੀਕ। ਤੇ ਤੂੰ ਪਿਸਤੌਲ ਕਿੱਥੋਂ ਤੇਰੇ ਘਰੋਂ ਲਿੱਤਾ? ਹਾਂਜੀ, ਮੇਰੇ ਕੋਲ ਤਕਰੀਬਨ 6-7 ਮਾਹ ਤੋਂ ਹੋਏਗਾ। ਲੈ ਕੇ ਮੈਂ ਰੱਖਿਆ? ਅਕਸਰ ਹੀ ਨਾਲ ਹੀ ਰੱਖਦਾ ਸੀ। ਨਜਾਇਜ਼ ਹੀ? ਮੈਂ ਮਤਲਬ ਕਦੋਂ ਬਾਹਰ ਕੰਮ ਤੇ ਜਾਂਦਾ ਹੁੰਦਾ ਸੀ, ਕਦੀ ਲੈ ਜਾਂਦਾ ਹੁੰਦਾ ਸੀ ਨਾਲ। ਕਿਉਂ ਲੈ ਕੇ ਜਾਂਦਾ ਪਿਸਤੌਲ? ਵੈਸੇ ਹੀ ਸਰ। ਲਾਇਸੈਂਸ ਨਹੀਂ ਬਣਿਆ? ਨਹੀਂ। ਅੱਛਾ। ਹੋਰ ਵੀ ਬੰਦੇ ਕਤਲ ਕੀਤੇ ਹੀ ਕਦੀ? ਹੈ ਕਦੀ ਐਵੇਂ ਦਾ ਮਤਲਬ ਵੀ ਕੋਈ ਕਿਸੇ ਕਿਸਮ ਦਾ ਨਹੀਂ। ਪਿਸਤੌਲ ਦਾ ਸ਼ੌਕ ਸੀ? ਜੀ ਸ਼ੌਕ ਸੀ। ਕਿਉਂ ਜੀ ਰੱਖਿਆ ਸੀ ਕਿਸੇ ਨੂੰ ਮਾਰਨ ਵਾਸਤੇ? ਨਹੀਂ, ਵੈਸੇ ਹੀ ਮਤਲਬ ਵੀ ਕਿਹੜਾ ਨਾ ਕਾਰੋਬਾਰ ਸੀ ਤੇ ਪੈਸੇ ਪੂਸੇ ਬਾਹਰੋਂ ਲੈ ਕੇ ਆਈਦੇ ਸੀ ਤੇ ਉਹ ਸਾਰੇ ਵੀ ਆ ਗਿਆ ਤੇ ਮੈਂ ਵੀ ਉਧਰੋਂ ਮਤਲਬ ਵੀ ਆ ਗਿਆ ਸੀ। ਉੱਥੇ ਮੱਛੀ ਖਾਈ, ਉਹਦੇ ਬਾਅਦ ਅਸੀਂ ਉਹਦੇ ਨਾਲ ਚਲੇ ਗਏ। ਮੱਛੀ ਖਾਧੀ? ਹਾਂਜੀ। ਕਿੰਜ ਗਏ ਉਹਦੇ ਨਾਲ? ਆਪਣੀ ਮੋਟਰਸਾਈਕਲ ਤੇ ਸੀ? ਕੀ ਕਿਹਾ ਉਹਨੂੰ ਕਿ ਅਸੀਂ ਕਿੱਥੇ ਜਾਣਾ ਹੈ?
ਨਹੀਂ ਉਹਨੂੰ ਘਰ ਛੱਡਣ ਵਾਸਤੇ ਗਿਆ ਸੀ, ਉਹਦੇ ਕੋਲ ਮੋਟਰਸਾਈਕਲ ਨਹੀਂ ਨਾ ਹੈਗੀ ਸੀ ਇਹ ਕਿਹਦੀ ਸੀ ਮੋਟਰਸਾਈਕਲ? ਤੇ ਉਹ ਮੋਟਰਸਾਈਕਲ ਮੇਰੇ ਭਾਈ ਦੀ ਸੀ ਤੇ ਉਹ ਮਤਲਬ ਅਸੀਂ ਰੱਖ ਲੈਣੀ ਸੀ। ਉਹ ਆਖਦਾ ਮੈਨੂੰ ਛੱਡ ਕੇ ਆਓ ਘਰ। ਮੈਂ ਉਹਨੂੰ ਆਖਿਆ ਸੀ ਮੋਟਰਸਾਈਕਲ ਤੇ ਲੈ ਜਾ, ਤੇ ਉਹ ਆਂਦਾ ਨਹੀਂ ਮੈਨੂੰ ਛੱਡ ਕੇ ਆਓ। ਸਾਨੂੰ ਨਾ ਲੈ ਕੇ ਜਾਂਦਾ, ਨਾਲ ਹੋ ਸਕਦਾ ਵਕੂਆ ਨਾ ਹੁੰਦਾ। ਤੂੰ ਤਾਂ ਕਹਿ ਰਿਹਾ ਮੈਂ ਹਫਤਾ ਪਹਿਲੇ ਇਹਨੂੰ ਤਿਆਰ ਕਰ ਲਿਆ ਸੀ, ਫਿਰ 2 ਘੰਟੇ ਪਹਿਲੇ ਤੂੰ ਕੀ ਨਹੀਂ ਹੈਗੀ ਸੀ ਮਤਲਬ ਕਿ ਅਸੀਂ ਇਹਨੂੰ ਅੱਜ ਮਾਰਨਾ ਜਾਂ ਨਹੀਂ ਮਾਰਨਾ ਜਾਂ ਕਿਵੇਂ। ਆਪਣੀ ਤਾਂ ਕਿਹਾ ਤੰਗ ਆ ਗਿਆ ਸੀ। ਮੈਂ ਤੁਹਾਨੂੰ ਦੱਸਣਾ ਪਿਆ ਵੀ ਜੇ ਮਤਲਬ ਕਿ ਸਾਡੇ ਕਾਬੂ ਆ ਜਾਂਦਾ ਤੇ ਅਸੀਂ ਮਾਰ ਦੇਣਾ ਸੀ, ਅਗਰ ਨਾ ਆਂਦਾ ਤੇ ਅਸੀਂ ਨਹੀਂ ਮਾਰਨਾ ਸੀ। ਤੇ ਕਾਬੂ ਤੇ ਆ ਗਿਆ ਹੋਇਆ ਸੀ ਨਾ ਬਸ ਸਰ ਅਸੀਂ ਫਿਰ ਕਿੰਜ ਬਿਠਾਇਆ ਉਹਨੂੰ ਮੋਟਰਸਾਈਕਲ ਦੇ ਵਿੱਚ? ਮੋਟਰਸਾਈਕਲ ਤੇ ਮੈਂ ਅੱਗੇ ਬੈਠਿਆ ਸੀ, ਨਦੀਮ ਵਿੱਚ ਬੈਠਿਆ ਸੀ, ਇਹ ਪਿੱਛੇ ਬਹਿ ਗਿਆ ਸੀ। ਅੱਛਾ ਇਹ ਪਿੱਛੇ ਬਹਿ ਗਿਆ ਜੀ। ਤੇ ਫਿਰ ਕਿੱਧਰ ਨੂੰ ਚੱਲ ਪਏ? ਤੇ ਅਸੀਂ ਮੂੰਹ ਕਿੱਧਰ ਨੂੰ ਕੀਤਾ ਜੀ? ਟੁੱਟਿਆਂ ਵਾਲੇ ਰੋਡ ਤੇ। ਅੱਛਾ ਇੱਧਰ ਨੂੰ ਕਰ ਲਿਆ ਕੰਗਨਪੁਰ ਵੱਲ ਮੂੰਹ? ਜੀ। ਅੱਛਾ ਫਿਰ ਤੇ ਉਹ ਕਿਹੜੇ ਰਸਤੇ ਤੇ ਵਕੂਆ ਹੋਇਆ ਮਤਲਬ ਉਧਰ ਨੂੰ ਗਿਆ ਕਿਹੜੀ ਜਗ੍ਹਾ ਤੇ ਵਕੂਆ ਹੋਇਆ? ਜੀਵੇ ਸ਼ਾਹ ਪੁੱਲ ਤੇ। ਜੀਵੇ ਸ਼ਾਹ ਪੁੱਲ ਤੇ ਖਿਲਾਰੀ ਮੋਟਰਸਾਈਕਲ? ਨਹੀਂ ਆਉਂਦੇ ਮਤਲਬ ਵੀ ਕੋਲ ਜਾ ਕੇ ਤੇ ਕਿਹੜਾ ਨਾ ਉਹ ਰਾਸਤੇ ਵਿੱਚ ਅਸੀਂ ਮਤਲਬ ਵੀ ਕਿਹੜੀ ਉਹ ਮੇਰੀ ਅਕਸਰ ਹੀ ਆਉਂਦੇ ਤੋਂ ਨਾ ਪਹਿਲੇ ਹੀ ਮਤਲਬ ਲੜਾਈ ਚੱਲਦੀ ਪਈ ਸੀ ਅਕਸਰ ਹੀ ਨਦੀਮ ਨਾਲ। ਹਾਂ ਕਿ ਮਤਲਬ ਵੀ ਤੂੰ ਇਹ ਕੰਮ ਨਾ ਕਰਿਆ ਕਰ, ਕਿ ਜ਼ਨਾ ਵਾਲਾ ਵੀ ਤੇ ਮਤਲਬ ਵੀ ਭੈਣ ਵਾਲਾ ਵੀ। ਮੋਟਰਸਾਈਕਲ ਤੇ ਕਹਿ ਰਿਹਾ ਸੀ ਤੂੰ? ਮੋਟਰਸਾਈਕਲ ਤੇ ਅਸੀਂ ਇੱਕ ਦੂਸਰੇ ਨਾਲ ਬਹਿਸਦੇ ਜਾ ਰਹੇ ਸੀ। ਅੱਛਾ ਤੇ ਕਦੋਂ ਅਸੀਂ ਬਹਿਸਦੇ ਜਾ ਰਹੇ ਹਾਂ ਉਹ ਰਾਹ ਵਿੱਚ ਜਾ ਕੇ ਮਤਲਬ ਲੜਾਈ ਕਿਹੜੀ ਵੱਧ ਗਈ। ਅੱਛਾ ਤੇ ਮੈਂ ਮਤਲਬ ਸਾਡਾ ਪ੍ਰੋਗਰਾਮ ਤਾਂ ਹੈਗਾ ਸੀ ਇਹਨੂੰ ਮਾਰਨ ਦਾ, ਕਦੋਂ ਲੜਾਈ ਵਧੀ ਤੇ ਮੈਨੂੰ ਆਂਦਾ ਮੋਟਰਸਾਈਕਲ ਇੱਥੇ ਸਾਈਡ ਤੇ ਲਾਵੇਂ ਨਾ। ਮੋਟਰਸਾਈਕਲ ਤੋਂ ਕਿਵੇਂ ਮੈਂ ਉਤਰਦਾ ਗਿਆ ਤੇ ਮੈਂ ਇਹਨੂੰ ਤਨਵੀਰ ਨੂੰ ਆਵਾਜ਼ ਮਾਰੀ, ਮੈਂ ਕਿਹਾ ਤਨਵੀਰ ਇਹਨੂੰ ਮਾਰੇ ਨਾ ਜਰਾ। ਤੇ ਮੈਂ ਮੋਟਰਸਾਈਕਲ ਤੋਂ ਅੱਗੋਂ ਉਤਰ ਗਿਆ, ਇਹ ਪਿੱਛੋਂ ਉਤਰ ਗਿਆ, ਪਿੱਛੋਂ ਇਹਨੇ ਛਾਲ ਮਾਰ ਦਿੱਤੀ। ਤੇ ਮੋਟਰਸਾਈਕਲ ਤੇ ਉਹ ਇਕੱਲਾ ਬੈਠਾ ਹੋਇਆ ਸੀ ਤੇ ਇਹਨੇ ਪਿੱਛੋਂ ਫਾਇਰ ਮਾਰਤੇ। ਤੇ ਤੂੰ? ਬਾਅਦ ਚ 6 ਫਾਇਰ ਇਹਨੇ ਮਾਰੇ ਨੇ ਤੇ ਆਖਰ ਤੇ 1 ਫਾਇਰ ਮੈਂ ਮਾਰਿਆ। ਤੂੰ ਅੱਗੋਂ ਮਾਰਿਆ? ਕਿੱਥੇ ਮਾਰਿਆ ਉਹਨੇ ਗੋਲੀ? ਕਿੱਥੇ ਮਾਰੀ? ਉਹ ਸਾਈਡ ਤੇ ਇੱਥੇ ਲੱਗੀ ਹੈ ਬੱਖੀ 'ਚ। ਅੱਛਾ ਇਹਨੇ ਮਾਰੀਆਂ? ਇਹਨੇ ਪਿੱਛੇ ਲੱਗੀਆਂ ਨੇ ਗੋਲੀਆਂ ਕਮਰ 'ਚ? ਜੀ 6 ਗੋਲੀਆਂ ਮਾਰੀਆਂ ਇਹਨੇ ਜੀ। ਤੇ ਤੂੰ 1 ਫਾਇਰ ਮਾਰਿਆ? ਜੀ। ਠੀਕ ਹੈ ਫਿਰ ਉੱਥੇ ਉਹ ਮੋਟਰਸਾਈਕਲ ਤੇ ਹੀ ਡਿੱਗ ਪਿਆ? ਜੀ। ਫਿਰ ਉੱਥੋਂ ਅਸੀਂ ਫਰਾਰ ਹੋ ਗਏ ਬਸ। ਕਿੱਥੇ ਗਏ? ਵਾਪਸ ਚਲੇ ਗਏ ਸੀ। ਕਿਹਦੇ ਤੇ? ਵਾਪਸ ਭੱਜ ਕੇ ਇੱਥੋਂ ਮਤਲਬ ਵੀ ਅਸੀਂ ਭੱਜੇ ਹਾਂ ਤੇ ਫਿਰ ਰਾਸਤੇ ਵਿੱਚ ਅਸੀਂ ਰਕਸ਼ੇ ਤੇ ਬਹਿ ਕੇ ਵਾਪਸ ਪਿੱਛੇ। ਮੋਟਰਸਾਈਕਲ ਕਿਉਂ ਨਹੀਂ ਲੈ ਕੇ ਗਏ? ਉਹ ਮੋਟਰਸਾਈਕਲ ਤੇ ਉਹ ਪਿਆ ਹੋਇਆ ਸੀ ਤਾਂ ਅਸੀਂ ਮੋਟਰਸਾਈਕਲ ਫਿਰ ਛੱਡ ਕੇ ਉੱਥੇ ਛੱਡ ਗਏ? ਉਹਦੀ ਸੀ ਇਸ ਕਰਕੇ? नहीं हाँ मोटरसाइकिल साड़ी हुई 19 जनवरी की रात जाता है अपने साले के पास उसकी इनविटेशन पे, जिसने इनविटेशन दी कि आए आप मेरे पास फ़िश वगैरह खाएं, हम इकट्ठे खाना खाते हैं। सही। उस वक्त जो है जब वो दावत पे पहुंचता है तो उस दावत की होस्टिंग जो कर रहे हैं वो इस मकतूल डॉक्टर नदीम का एक साला है जिसका नाम सज्जाद है और एक उसका मुलाजम है जिसका नाम तनवीर है। ये दोनों लोग उसकी होस्टिंग करते हैं, वहाँ पे खाना खाते हैं और रात तकरीबन कोई 9 साढ़े 9 बजे 9:15 साढ़े 9 बजे वो इलाहाबाद जो एक शहर है यहाँ से कोई 15 किलोमीटर दूर, वहाँ से खाना खा के तो वो अपने घर के लिए डुट्टे गांव के लिए रवाना होता है। ठीक है। डॉक्टर जो मकतूल जो है, ठीक है, मकतूल रवाना होता है। तो तकरीबन 10:10 पे मुझे 15 पे कॉल रिसीव होती है कि डुट्टे रोड पे जीवे शहपुल एक मुकाम है, सही। वहाँ पे एक शख्स की डेड बॉडी पड़ी हुई है और उसकी बाइक भी पास ही पड़ी है, बाइक के ऊपर ही डेड बॉडी पड़ी। वहाँ पे अल्टीमेटली फौरी तौर पे मैं पहुँचता हूँ। इमीडिएटली जैसे मैं क्राइम सीन पे पहुंचा तो मैंने देखा कि वहाँ पे जो है एक बाइक है और बाइक के ऊपर ही जैसे रनिंग मोड में डेड बॉडी होती है वो डेड बॉडी पड़ी है और एक टांग उसकी एक तरफ और एक तरफ गिरी हुई है बाइक। यस, उसको मल्टीपल जो है वो फायर लगे हुए हैं और मुझे ऑब्वियसली पहले एट फर्स्ट जो लुक यही लगा कि खुदा न खास्ता कोई वारदात या कोई ऐसी अटैम्प्ट हुई है। जब उसकी मज़ीद सर्च की तो उसकी पॉकेट के अंदर उसकी वैल्यूबल्स जो थी, उसका पर्स, उसके पैसे, उसका मोबाइल फ़ोन, एवरीथिंग ही वाज पोजेसिंग एट द टाइम ऑफ इंसिडेंट, वो हर चीज़ उसके पास मौजूद थी। तो ये चीज़ तो दैट केम क्लियर कि ये जो है ये वारदात का सीन नहीं, क्योंकि ऑब्वियसली अगर कोई वारदात का सीन हो तो फिर डाकू जो वो ऑब्वियसली वैल्यूबल्स ले जाते। सही। और दूसरी बात ये थी कि उसको फायर जो लगे थे वो नज़र आ रहा था कि जो है वो उसमें रंजिश का अंसर था, क्योंकि अगर कोई खुदा ना सा वारदात का सीन होता है तो डाकू एक आध फायर मारते हैं। बिल्कुल। उस बंदे को जो है डॉक्टर नदीम को 9-10 गोलियां लगी थी और तकरीबन ज़्यादा से ज़्यादा गोलियां जो बैक साइड से लगी, बैक साइड से, तो पीछे से गोलियां मतलब ज़्यादा लगी थी। ऐसे लग रहा था क्राइम सीन देख के और उसकी डेड बॉडी को देख के, जो फर्स्ट ऑब्जर्वेशन थी व्हाट आई एस्टैब्लिश्ड कि जब तक शूटर को यकीन नहीं हो गया कि अब ये मर गया तब तक शूटर जो है वो मुसलसल गोलियां चलाता रहा। तो तसल्ली करके मतलब हो गए। सही है। तो फिर जो है इनकी फैमिली को, इनके फैमिली मेम्बर्स को वहाँ पे कॉल किया, फिर चीज़ों को लिंक करना शुरू किया, तो पूछा कि ये किधर गया था। फैमिली वालों ने बताया
जो मैंने पहले आपको बताया कि ये वहाँ पे दावत पे गया था। सही। तो ऑब्वियसली फिर मैंने कहा कि वो जो जिस अपने साले के पास खाना खाने गया था उसको भी बुलवाएं। उसको बुलवाना पड़ा, वो खुद नहीं आया। लॉजिकली उसको खुद आना चाहिए था बिकॉज ऑल दो बाकी लोग भी रिलेटिव थे, लेकिन उसमें और बाकी लोगों में ये फ़र्क था कि वो 5-10 मिनट पहले उसका होश था। बिल्कुल, तो उसके लॉजिकली उसकी जो कनेक्टिविटी का जो एक लिंक है वो ज़्यादा रैशनल था, उसको फौरी क्राइम सीन पर रश करना चाहिए था। लेकिन वो जब तक अनलेस मैंने उसको बुलवाया नहीं और बाय ऑर्डर नहीं बुलाया, वो क्राइम सीन। अच्छा, जाए वकूआ पे ही आपने बुलवा लिया उसको? ठीक है, क्राइम सीन पे मैंने इन्वेस्टिगेशन स्टार्ट कर दी। तो देखें सर, ये जो पुलिसिंग है और स्पेशली जो हीनस क्राइम है, इसका क्राइम सीन पे ही मैक्सिमम चीज़ें जो है वो इंटरलिंक होती हैं और वहीं पे जो है जो जेन्युइन एविडेंस है वो वहीं से आती है। सही। तो उसके बाद फिर हमने क्या किया, जब वो बड़ा इंसिस्ट करने के बाद क्राइम सीन पे आया ही आया, तो फिर उसने कोशिश की और वो जो मगरमच्छ के आंसू बहा रहा था, टसवे बहा रहा था कि जी हम लुट गए, हम मारे गए। तो फिर उसने जो सेकंड अटैम्प्ट क्या शुरू की, उसने ये शुरू किया कि खुद मदई बनने की कोशिश। अच्छा, तो मदई खुद बनना चाह रहा था। वो मर्डर का जो है वो कह रहा था जी हम लुट गए, मेरी बहन का वो जो चला गया, सुहाग उजड़ गया, ये हो गया, वो हो गया। तो मैंने उसे 1-2 क्वेश्चन पूछे तो उसने कुछ जो है वो सस्पिशियस जो वो मुझे जो है वो कॉर्नर्स नज़र आए। एनी हो, क्योंकि उस फैमिली का था तो फिर हम जो है उस ऐसे इंसिडेंट में, ऐसी सूरत में उसको टच नहीं करते, वरना लोग फिर प्रोटेस्ट में और वो फिर सिचुएशन को एक्सप्लॉइट करने चल निकलते। सही। और उसके बाद उसने ये कोशिश की कि इस डॉक्टर नदीम जो है इसके कत्ल का खुद मदई बन जाए। सही। तो वहाँ भी मैंने उसको रोका कि मैंने कहा जब इसके भाई मौजूद हैं, इसकी बेगम मौजूद है, इसके फादर मौजूद हैं, तो लॉजिकली और कानूनी तौर पे उनको मदई बनना चाहिए, आपका मदई बनना बनता है। ਜਦੋਂ ਇਹ ਕਤਲ ਹੋਇਆ ਮਦਈ ਆ ਬਣਦਾ ਪਿਆ ਸੀ, ਮਦਈ ਬਣ ਗਿਆ ਜਦੋਂ ਇੱਥੋਂ ਨਸ ਗਿਆ, ਗਾਇਬ ਹੋ ਗਿਆ। ਮਦਈ ਤੇ ਨਹੀਂ ਬਣਿਆ, ਮਦਈ ਤੇ ਮਦਈ ਬਣਦਾ ਸੀ। ਹਾਂ। ਉਹ ਅਸੀਂ ਮਨਾ ਕੀਤਾ ਵੀ ਤੂੰ ਮਦਈ ਨਹੀਂ ਬਣ ਸਕਦਾ, ਮੈਂ ਬਣਾਦਾ, ਮੈਂ ਉਹਦਾ ਭਰਾ ਹਾਂ। ਉਸ ਤੋਂ ਬਾਅਦ ਜੀ ਉਹ ਨਸ ਗਿਆ, ਇੱਥੋਂ ਗਾਇਬ ਹੋ ਗਿਆ। ਤੇ ਘਰਦਿਆਂ ਨੇ ਆਖਿਆ ਜੀ ਉਹ ਗਵਾਹ ਹੋ ਗਿਆ, ਗਵਾਹ ਹੋ ਗਿਆ। ਦੋਵੇਂ ਮੁੰਡੇ ਜਿਹੜੇ ਫੜੀਚਾ ਇੱਕ ਉਹ ਦੇਖ ਕੇ ਗਵਾਹ ਹੋ ਗਿਆ ਜੀ, ਗਵਾਹ ਹੋ ਗਿਆ। ਉਹ ਜੀ ਸਾਨੂੰ ਜੀ ਫੋਨ ਆਇਆ ਥਾਣੇ ਚੋਂ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਦੇ ਪਿਆ ਸੀ, ਸਾਰੀ ਸਾਨੂੰ ਪਤਾ ਹੁੰਦਾ ਤੇ ਅਸੀਂ ਤੁਹਾਨੂੰ ਦੱਸ ਦਿੰਦੇ ਵੀ ਆਹ ਸਾਡੇ ਕਾਤਲ ਨੇ। ਉਹ ਜੀ ਦੂਰੇ ਦਿਨ ਫੜੀਜ ਗਿਆ ਗੁਜਰਾਲੋਂ ਜਾ ਕੇ। ਉੱਥੇ ਪੁਲਿਸ ਵਾਲਿਆਂ ਨੇ ਫੜਿਆ, ਇਹਨੂੰ ਮਾਰਿਆ, ਇਹਨੇ ਮੰਨਿਆ ਜੀ ਮੈਂ ਆਪਦਾ ਭਣੋਈਏ ਦਾ ਕਤਲ ਕੀਤਾ, ਨਾਲ ਮੇਰੇ ਤੂੰ ਫਲਾਣਾ ਮੁੰਡਾ ਹੈ। ਉਸ ਤੋਂ ਬਾਅਦ ਜੀ ਇੱਥੇ ਲੈ ਆਏ ਨੇ, ਇੱਥੇ ਵੀ ਮੰਨਿਆ ਇਹ ਵੀ ਮੈਂ ਕਤਲ ਕੀਤਾ ਤੇ ਮੈਂ ਉਹਦੀ ਭੈਣ ਦੇ ਆਖਰ ਤੇ ਕੀਤਾ। ਤੁਸੀਂ ਵੀਡੀਓ ਵੇਖੀ ਹੋਵੇ ਦੀ। ਸਹੀ। ਪਲੈਨਿੰਗ ਕੀ ਕੀਤੀ ਸੀ ਅਸਲ ਦੇ ਵਿੱਚ ਕਿ ਕੀ ਇਹਨੂੰ ਸ਼ੋਅ ਕਰਾਂਗੇ? ਡਾਕੂ ਮਾਰ ਗਏ ਜਾਂ ਮੋਟਰਸਾਈਕਲ ਦੇ ਉੱਤੇ ਡਿੱਗਿਆ ਪਿਆ ਸੀ? ਜੀ ਪਲੈਨਿੰਗ ਮਤਲਬ ਵੀ ਕਿਹੜਾ ਬਾਅਦ ਚ ਇਹ ਜੀ ਸ਼ੋਅ ਹੋਣਾ ਸੀ। ਵਕੂਵੇ ਤੇ ਖਲੋਤਾ ਰਿਹਾ, ਪੁਲਿਸ ਵਾਲਿਆਂ ਨੂੰ ਦੱਸਦਾ ਰਿਹਾ, ਉਹਨਾਂ ਨੇ ਪੁੱਛਿਆ ਕਿੱਥੋਂ ਆਇਆ, ਤੂੰ ਕਿਹਾ ਸਾਨੂੰ ਨਹੀਂ ਪਤਾ, ਇਹ ਸਾਡੇ ਕੋਲ ਰੋਟੀ ਖਾ ਕੇ ਗਿਆ ਤੇ ਵਾਪਸ ਹੀ ਜੋ ਕਤਲ ਹੋ ਗਿਆ। ਫਿਰ ਉਸ ਤੋਂ ਬਾਅਦ ਕੀ ਕੀਤਾ, ਕਿੱਥੇ ਗਿਆ ਨਾਲ? ਉਹਦੇ ਬਾਅਦ ਸਰ ਮਤਲਬ ਪੋਸਟਮਾਰਟਮ ਕਰਵਾਇਆ। ਅੱਛਾ, ਆਪਣੇ ਹੱਥੀਂ ਕਰਾਇਆ? ਜੀ ਮੈਂ ਨਾਲ ਹੀ ਗਿਆ ਸੀ, ਮੈਨੂੰ ਘਲਾਇਆ ਸੀ ਨਾਲ। ਹਾਂ, ਕੌਣ ਸੀ ਨਾਲ? ਇੱਕ ਮੈਂ ਸੀ, ਇੱਕ ਮਤਲਬ ਵੀ ਮਾਮੂ ਹੈਗੇ ਨੇ ਉੱਥੇ, ਮਤਲਬ ਉਹਨਾਂ ਦੇ ਮਦਈਆਂ ਦੇ ਮਤਲਬ ਵੀ ਕਿਹੜਾ ਤੇ ਇੱਕ ਹੁੰਦਾ ਹੋਰ ਭਾਈ ਸੀ। ਅੱਛਾ। ਤੇ 2 ਭਾਈ ਸੀ ਨਾਲ ਉਹਨਾਂ ਤੇ ਉਹ ਮਤਲਬ ਵੀ ਉੱਥੇ ਚੋਣੀਆਂ ਸੀ ਗਏ ਤੇ ਚੋਣੀਆਂ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਕਿਹੜਾ ਸਵੇਰ ਟਾਈਮ ਵਾਪਸ ਆ ਗਏ ਤੇ ਵਾਪਸ ਆ ਕੇ ਤੇ ਫਿਰ ਮੈਂ ਉੱਥੇ ਪਿੰਡ ਹੀ ਰਿਹਾ। ਪਿੰਡ ਰਿਹਾ ਜੀ। ਸਹੀ ਹੈ। ਫਿਰ ਬਚਣ ਵਾਸਤੇ ਹੋਰ ਕੀ ਤਰੀਕਾ ਕੀਤਾ? ਹੁਣੀ ਕਹਿ ਰਿਹਾ ਸੀ ਨਾ ਕਿ ਕੋਈ ਨਹੀਂ ਗਈ ਸੀ ਪਰ ਫਾਂਸੀ ਲੱਗ ਜਾ, ਫੜੇ ਜਾਵਾਂ, ਪਲੈਨਿੰਗ ਨਹੀਂ ਸੀ। ਇੱਕ FIR ਵੀ ਕਰਵਾਈ ਤੇਰੇ ਭਰਾ ਨੇ, ਪਤਾ ਹੈ ਤੈਨੂੰ? ਜੀ ਉਹ ਬਾਅਦ ਚ ਮੈਨੂੰ ਪਤਾ ਲੱਗਿਆ ਸੀ ਕਦੋਂ ਮੈਂ ਪਕੜਿਆ ਗਿਆ। ਕਿਉਂ ਪਤਾ ਲੱਗਾ ਤੈਨੂੰ ਬਾਅਦ ਚ? ਪਲੈਨਿੰਗ ਕਰਕੇ ਨਹੀਂ ਕਰਵਾਈ FIR? ਨਹੀਂ ਸਰ। ਕਿਉਂ? ਉਹ ਕਿਉਂ ਕਰਵਾਈ ਉਹਨੇ FIR ਅਗਵਾ ਦੀ ਤੇਰੇ? ਸਰ ਉਹਨੂੰ ਮਤਲਬ ਵੀ ਇਹਨਾਂ ਨੂੰ ਕਿਸੇ ਨੂੰ ਵੀ ਇਲਮ ਹੀ ਕੋਈ ਨਹੀਂ ਸੀ ਮਤਲਬ ਕਿ ਇਹਨੇ ਮਤਲਬ ਵੀ ਇਹ ਕੰਮ ਕੀਤਾ। ਤੂੰ ਕਿੱਥੇ ਗਿਆ ਸੀ ਜਿਹੜੀ FIR ਉਹਨੇ ਕਰਵਾਤੀ? ਤੂੰ ਕਹਿ ਰਿਹਾ ਮੈਂ ਪਿੰਡ ਹੀ ਗਿਆ ਸੀ। ਨਹੀਂ, ਮੈਂ ਉਹਦੇ ਤੋਂ ਬਾਅਦ ਤਕਰੀਬਨ 3-4 ਦਿਨ ਬਾਅਦ ਗਿਆ। ਕਿੱਥੇ ਚਲਾ ਗਿਆ ਸੀ? ਮੈਂ ਪਿਸ਼ਾਵਰ ਨੂੰ ਚਲਾ ਗਿਆ ਸੀ। ਕਿਹਦੇ ਨਾਲ? ਮੈਂ ਤੇ ਤਨਵੀਰ ਦੋਵੇਂ ਜਣੇ। ਤਨਵੀਰ ਤੇਰਾ ਮੁਲਾਜ਼ਮ ਹੈ? ਜੀ। ਕਦੋਂ ਦਾ? ਇਹ ਤਕਰੀਬਨ 3-4 ਸਾਲ ਤੋਂ ਮੇਰੇ ਕੋਲ ਕੰਮ ਕਰਦਾ ਪਿਆ। ਕਦੀ ਮਤਲਬ ਵੀ ਆ ਜਾਂਦਾ, ਕਦੀ ਪਿਸ਼ਾਵਰ ਕੰਮ ਕਰਦੇ ਨੇ। ਠੀਕ ਹੈ। ਤੇ ਪਿਸ਼ਾਵਰ ਕਿਸ ਵਾਸਤੇ ਗਿਆ? ਐਸੇ ਮਫਰੂਰ ਹੋਇਆ ਇਸ ਵਜ੍ਹਾ ਤੋਂ ਕਿ ਫੜਿਆ ਨਾ ਜਾਵਾਂ? ਜੀ। अब जो है ऑन द 6th डे ऑफ मर्डर ऑफ डॉक्टर नदीम एक ऐसी जो है ड्रामाई सूरत ऐसी डेवलपमेंट हुई जिससे मुझे कंफर्म हो गया कि व्हाट आई एम थिंकिंग अबाउट द क्राइम सीन एंड मर्डर ऑफ डॉक्टर नदीम दैट इज़ ट्रू। वो क्या था? वो ये था, बड़ी ड्रामाई सूरत थी कि 19 जनवरी की रात जो है डॉक्टर नदीम कत्ल होता है। 25 जनवरी को
ये इसका जो साला है वो जो वहाँ पे होस्टिंग कर रहा था इलाहाबाद में, जिसे जाए वो कुआं पे बुलाया, जिसने बिल्कुल। फिश के लिए वो खिलाने के लिए बुलाया, उसके अपने अगवा का पर्चा दर्ज हो जाता है, एफआईआर दर्ज हो जाती है पुलिस स्टेशन जो नेबरिंग पुलिस स्टेशन है इलाहाबाद, सही। जहाँ पे उसने इसको फिश पार्टी के लिए बुलाया। सही। ये सवाल हमने मुलजिम से किया है कि वो दर्ज हो जाती है, वो कहता है कि मैं गायब होता हूँ तो मेरे घर वाले वैसे ही करवा देते हैं। इसमें ये भी अब थोड़ा सा क्वेश्चन ऐड कर लीजिए इसमें, ये उसमें मुलविस होकर खुद एफआईआर करवाता है या वो ही इसके लापता होने पर एफआईआर करवा देते हैं? हाँ जी, इसमें भी चीज़ों को हमने देखा। उसमें हुआ ये कि चूंकि इसके दिल में चोर था, इसको पता था कि इस सारे वकूए के पीछे कहानी क्या है। सही। जब मैं इसको बार बार कॉल करवा रहा था कि फॉर द कलेक्शन ऑफ एविडेंस एंड टू गेट द लिंक्स ऑफ मर्डर सीन, कि मुझे अंदाज़ा हो कि मर्डर हुआ कैसे, कब हुआ, कहाँ से हुआ, कब ये चले, कब वहाँ पे होस्टिंग में कौन कौन था, सही। तो ये सारी चीज़ें जांचने के लिए तो फिर इसने मंजर से गायब होना शुरू कर दिया। और फिर जब इसको डेली मेरी कॉल्स जा रही थी, पुलिस स्टेशन की तरफ से ऑर्डर जा रहा था कि आप आएँ और इन्वेस्टिगेशन को ज्वाइन करें, तो अल्टीमेटली इसने फिर सोचा कि मैं मंजर से ही गायब हो जाता हूँ। सही। तो उसका इसने फिर जो है डॉक्यूमेंट्री एविडेंस लाने के लिए ये किया कि इसने ऑब्वियसली ये घर से गायब हो गया और जब ये शाम तक घर नहीं आया तो घर वालों ने इसका जो है वो किडनैपिंग की एक एफआईआर करवा दी। सही। जैसे ही किडनैपिंग की एफआईआर हुई तो आई वाज डेड श्योर, मुझे वो यकीन हो गया कि नाउ द मर्डर केस इज क्लियर। यही है। ब्लाइंड मर्डर केस जो है इंशाल्लाह ताला क्लियर हो गया है। यही कातिल होगा। यस, फौरी तौर पे सर मैंने अपनी टीम को कहा कि अभी हम उसके पीछे बिल्कुल नहीं जाएंगे, ना उसको मैसेज देंगे पीछे आए। वो 2-4 दिनों में खुद ही वो घूम के जब वो समझेगा कि नाउ पुलिस इज कंफर्टेबल और मेरी तरफ डाउट नहीं आ वो रहा, वापस आएगा। तो फीडबैक ले लेगा अपनी फैमिली से कि पुलिस ने पूछा तो नहीं, तो ऑब्वियसली आ जाएगा और हम उसको पकड़ लेंगे। की किया तेन साने का ਉਹਨੂੰ ਮਾਰਨਾ मारना है? ਠੀਕ ਹੈ ਸਾਏ ਤੁਹਾਡੇ ਨਾਲ ਜਾਵਾਂ। फौरी मान गया तू ਹਾਂਜੀ हैं? ਪਹਿਲਾਂ ਮੈਂ ਸਾਨੇ ਕਾ ਸਾਏ ਰਹਿਣ ਦੇ, ਫਿਰ मैं ਜਦੋਂ ਸਾਨੇ दोस्त सुना मैं ठीक हूँ ਤੁਹਾਡੇ ਨਾਲ ਜਾਵਾਂ। कि अगर मेरा उस्ताद मुझे कहेगा मैं किसी और को भी मारूंगा, मेरा उस्ताद मुझे कहेगा तो ये कत्ल मैं अपने सर ले लूँगा, मेरा उस्ताद मुझे कहेगा तो मैं ये कह दूँगा कि ये सारा कुछ मैंने किया। नाजरीन, अब बढ़ते हैं उस कातिल की जानिब जिसने अपने मालिक का साथ दिया और पीछे से 6 गोलियां मकतूल नदीम पर बरसाई। उसने ये किस तरह से कर दिया इतनी छोटी सी उम्र में, लगता तो वो छोटी उम्र का है। हाँ भी, की ना है तेरा? ਤਨਵੀਰ कित्थे रहना तनवीर? ਠੀਕ ਮੋੜ थीम मोड़? ਜੀ पिछों कितों का रहने वाला? ਠੀਕ ਮੋੜ शुरू तो थीम मोड़ का रहने वाला? ठीक है। की करना है? ਸੀਲਿੰਗ ਦਾ ਕੰਮ किहदे नाल? ਸਤਾਨਾ ਦਾ उस्ताद ही? जी। कदों तो उस्ताद है तेरा? ਵਾਲਿਆਂ ਦੇ ਕੋਲ ਹੀ ਸਿੱਖਿਆ हैं? ਵਾਲਿਆਂ ਦੇ ਕੋਲ ਹੀ ਸਿੱਖਿਆ कितनी देर पहले? ਤਕਰੀਬਨ 3-4 ਸਾਲ ਹੋ ਗਏ 3-4 साल हो गए। की उस्ताद दी मोहब्बत चु कितई? बस साल ने तकरीबन 7 कुछ दिन पहला बड़ा परेशान सी, मैं पूछा साई कि साल ना तनवीरा परेशानी ते मसलन की परेशानी है? दस ना उस्ताद दी परेशानी। मेरी सिस्टर नहीं है, हैं? मेरी सिस्टर नहीं है। अच्छा साल ने कभी आसरा करके आप तुम तंग कर अच्छा। ते बड़ा तंग कर, मैं ठीक है साई मैं ਤੁਹਾਡੇ ਨਾਲ ਜਾਵਾਂ मैं ਤੁਹਾਡੇ ਨਾਲ ਜਾਵਾਂ की करन? ਮਾਰਨ मारन वास्ते? अच्छा, उस्ताद ने क्या मारना है ਮੈਂ उन्हें? ਇਹਨੂੰ ਕਿਹਾ ਸੀ ਨਾ, ਮਤਲਬ ਮੇਰੀ ਹਿੰਮਤ ਨਹੀਂ ਪੈਂਦੀ ਹੈਗੀ ਮਾਰਨ ਵਾਸਤੇ ਇਹਨੂੰ, ਤੇ ਮੇਰੀ ਹਿੰਮਤ ਪੈਂਦੀ ਹੀ ਨਹੀਂ ਸੀ ਮਤਲਬ ਕਿ ਮੈਂ ਆਪਣੇ ਹੱਥਾਂ ਨਾਲ ਇਹ ਜੁਰਮ ਕਰਾਂ। ठीक है। ਤੇ ਮੈਂ ਇਹਨੂੰ ਆਖਿਆ ਸੀ, ਮੈਂ ਕਹਿੰਦਾ ਅਗਰ ਮਤਲਬ ਕਿ ਤੂੰ ਇਹ ਮਤਲਬ ਤੂੰ ਇਹ ਕਰਦਾ ਮੈਂ ਇਹਨੇ ਆ ਕੇ ਭਾ ਮੇਰੀ ਵੀ ਮੈਂ ਕਿਹਾ ਮੈਂ ਫਿਰ ਮਤਲਬ ਕਿਸੇ ਦਿਨ ਉਹਨੂੰ ਬੁਲਾ ਲੈਣਾ, ਮੈਂ ਕਿਹਾ ਵੀ ਤੂੰ ਮਤਲਬ ਵੀ ਇਹ ਕੰਮ ਮੇਰਾ ਮਤਲਬ ਮੇਰੇ ਕੋਲੋਂ ਨਹੀਂ ਹੋਣਾ ਇਹ ਕੰਮ। सही। ਉਹ ਇਸ ਲਈ ਮਤਲਬ वैसे इख्तिताम ते किता तू फैर मारिया ना, ਜਦੋਂ ਛੇਰ ਨੇ ਮਾਰੇ ਤੂੰ ਵੀ ਮਾਰਿਆ ਫੈਰ। ਠੀਕ ਹੈ। ਅੱਛਾ, ਫਿਰ ਉਸਤਾਦ ਨੇ ਕੀ ਕਿਹਾ ਤੈਨੂੰ? ਸਾਲ ਨੇ ਕਹੇ ਉਹਨੂੰ ਮਾਰਨਾ ਮਾਰਨਾ ਹੈ? ਠੀਕ ਹੈ ਸਾਈ ਤੁਹਾਡੇ ਨਾਲ ਜਾਵਾਂ ਫੌਰੀ ਮੰਨ ਗਿਆ ਤੂੰ? ਹਾਂਜੀ हैं? ਪਹਿਲਾਂ ਮੈਂ ਸਾਲ ਨੂੰ ਕਹੇ ਸਾਈ ਰਹਿਣ ਦੇ, ਫਿਰ ਮੈਂ ਜਦੋਂ ਸਾਲ ਨੇ ਦੋਸਤ ਸੁਣਾ ਮੈਂ ਠੀਕ ਹੂੰ ਤੁਹਾਡੇ ਨਾਲ ਜਾਵਾਂ। सही है। उजरती कातिल है, उजरत लेके बंदे मारने हैं। हाँ मैं पहली दफ़ा साई अच्छा, पहली दफा। ठीक है। 7 दिन पहले उस्ताद ने दसता तू रेडी हो गया। पिस्तौल हैगी तेरे को? नहीं किसी किहदे को लिती? मुंडा है उत्थे ਉਦੋਂ ਹੀ ਲੈ ਲਈ ਜਦੋਂ ਉਸਤਾਦ ਕਹਿ ਕੇ ਗਿਆ ਕਤਲ ਕਰਨੇ? नहीं काफ़ी देर पहला नहीं वो मिनट आ गया उनका रौला सी हो गया था। ਅੱਛਾ, ਤੇਰੇ ਕੋਲ ਪਈ ਸੀ ਤੂੰ ਕਿਹਾ ਉਸਤਾਦ ਪਿਸਤੌਲ ਵੀ ਕੋਲ ਹੀ ਹੈ ਜੀ। ਤੇ ਕੰਮ ਲਾ ਦਿੰਨੇ। ਠੀਕ ਹੈ। 7 ਦਿਨ ਪਹਿਲੇ ਹੋ ਗਈ जी ਪਲੈਨਿੰਗ। ਫਿਰ फिर उस दिन रोटी खाते पे मैंने साथ ने कहा भी आसरा करके उन्हें आना, मैं ठीक है साई तेरे नाल जावां। ਫਿਰ ਘਰੋਂ ਨਿਕਲਿਆ ਤੂੰ? जी ਕਿੰਨੇ ਭੈਣ ਭਰਾ ਹੋ ਤੁਸੀਂ? 5 ਇੱਥੇ ਹੀ ਰਹਿੰਦੇ ਨੇ ਸਾਰੇ? ਥੀਮ ਮੋੜ ਹੀ? हाँ जी ਕਿੰਨਵੇਂ ਨੰਬਰ ਤੇ? चौथे ਚੌਥੇ ਨੰਬਰ ਤੇ। ਠੀਕ ਹੈ। ਆ ਗਏ। ਮੱਛੀ ਖਾਧੀ ਉਸ ਦਿਨ हाँ जी ਮਕਤੂਲ ਦੇ ਨਾਲ ਹੀ ਜਿਹਨੂੰ ਕਤਲ ਕਰਨਾ ਸੀ? हाँ ਫਿਰ
ਮੱਛੀ ਆਇਆ ਫਿਰ ਅਸੀਂ ਉਹਦੇ ਨਾਲ ਹੀ ਗਏ ਚਨੇ ਛੱਡਣ ਵਾਸਤੇ। ਅੱਛਾ, ਉਸਤਾਦ ਨੇ ਇਸ਼ਾਰੇ 'ਚ ਪੁੱਛਿਆ ਜਾਂ ਕੰਨ 'ਚ ਪੁੱਛਿਆ ਪਿਸਤੌਲ ਲਿਆਇਆ? ਉਹ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੀ ਲੈ ਕੇ ਆਏ। ਲੈ ਕੇ ਆਇਆ, ਉਸਤਾਦ ਕੋ ਆਪਣਾ ਲੱਗਿਆ ਸੀ। ਹਾਂਜੀ, ਠੀਕ ਹੈ, ਫਿਰ ਉੱਥੇ ਜਾ ਕੇ ਰਾਸਤੇ 'ਚ ਮੂੰਹ ਮਾਰੀ ਹੁੰਦੀ ਕੀ ਕਿ ਇਹੋ ਹੀ ਕਿ ਤੂੰ ਮਰੀਮ ਨੂੰ ਤੰਗ ਨਾ ਕਰਿਆ ਕਰ। ਕਿੰਨੇ ਗੱਲ ਸ਼ੁਰੂ ਕੀਤੀ? ਉਸਤਾਦ ਨੇ ਕਹੇ ਕਿ ਯਾਰ ਤੇਰੇ ਲਾਮਿਆਂ ਨੇ ਮਰੀਮ ਨੂੰ ਤੰਗ ਨਾ ਕਰਿਆ। ਫਿਰ ਉਹ ਆਪਸ 'ਚ ਬੋਲਦੇ ਜਾਂਦੇ, ਉੱਥੇ ਜਾ ਕੇ ਫਿਰ ਬਹੁਤ ਜ਼ਿਆਦਾ ਮੂੰਹ ਮਾਰੀ। ਉਸਤਾਦ ਨੇ ਮੈਨੂੰ ਕਹਿੰਦਾ ਬੜੇ ਨੇ ਫੜੀ ਜ਼ਰਾ ਨੂੰ। ਹਾਂ ਮਾਰ ਬਸ ਉਹਨੂੰ ਮੈਂ ਫਾਇਰ ਕਰ। ਫਾਇਰ ਕੀਤੇ? ਬਰਸਟਡ ਪਿਸਤੌਲ ਸੀ ਤੇਰੇ ਕੋਲ? ਕਿਹੜਾ ਪਿਸਤੌਲ ਸੀ? 9mm। 9mm ਮਾਰੀਆਂ ਫਿਰ? ਬੱਖੀ 'ਚ ਮਾਰੀਆਂ ਗੋਲੀਆਂ? ਹਾਂਜੀ, ਪਿਛਲੀ ਸਾਈਡ ਤੇ ਖਲਾ ਹੈ। ਕਿੰਨੀਆਂ ਗੋਲੀਆਂ ਮਾਰੀਆਂ? 6। 6 ਗੋਲੀਆਂ? ਸਹੀ ਹੈ। ਬਸ ਜੀ ਬਹੁਤ ਪਛਤਾਨੇ ਪਏ। ਗੋਲੀਆਂ ਮਾਰੀਆਂ? ਹਾਂਜੀ, ਗੋਲੀਆਂ ਮਾਰ ਕੇ ਕਿੱਥੇ ਗਿਆ? ਸਾਥ ਦੇ ਨਾਲ ਹੀ ਸਿੱਧਾ ਆਗਾ ਨੂੰ ਆਇਆ ਚੇ ਉੱਤੇ ਰੋਡ ਤੇ ਚੜਿਆ, ਉੱਥੇ ਰਕਸ਼ੇ ਬੈਠੇ ਕਾਰ ਗਈ ਚਲ। ਤੇ ਉਸਤਾਦ ਕੋਲੋਂ ਕੰਮ ਸਿੱਖਿਆ ਹੀ ਤੇ ਉਸਤਾਦ ਦੇ ਕਹਿਣ ਤੇ ਕਤਲ ਕਰਤਾ ਹੀ। ਉਸਤਾਦ ਜੋ ਵੀ ਕਹੇਗਾ ਕਰੇਗਾ। ਗਲਤੀ ਹੋ ਗਈ। ਗਲਤੀ ਹੋ ਗਈ? ਨਹੀਂ, ਉਸਤਾਦ ਨਾਲ ਕੋਈ ਮੁਹੱਬਤ ਹੈ ਖਾਸ? ਬਾਅਦ ਜੀ ਵਾਲਦ ਸਿੱਖਿਆ ਹੀ, ਵਾਲਦ ਮੇਰਾ ਫੌਤ ਹੈ। ਉਸਤਾਦ ਤੋਂ ਪਿਓ ਤੋਂ ਬਾਅਦ ਉਸਤਾਦ ਹੀ ਵਾਲਦ ਹੁੰਦਾ। ਅੱਛਾ, ਉਸਤਾਦ ਹੀ ਵਾਲਦ ਹੁੰਦਾ ਹੈ। ਤੇ ਅਗਰ ਤੇਰਾ ਵਾਲਦ ਹੁੰਦਾ, ਫੌਤ ਨਾ ਹੁੰਦਾ, ਜ਼ਿੰਦਾ ਹੁੰਦਾ, ਤੇ ਉਹਨੇ ਤੇਰੇ ਕੋਲ ਕਤਲ ਕਰਾਉਣਾ ਸੀ? ਨਹੀਂ, ਤਾਂ ਫਿਰ ਇਹ ਕਿਹੜਾ ਉਸਤਾਦ ਹੀ ਪਿਓ ਦੀ ਜਗ੍ਹਾ ਜਿਹਨੂੰ ਲੈ ਆਏ ਹਨ, ਜਿਹੜਾ ਕਤਲ ਕਰਾ ਰਿਹਾ ਤੇਰੇ ਕੋਲੋਂ? ਮੇਰੇ ਵੱਲ ਵੇਖ। ਹੈਂ? ਬਾਅਦ ਜੀ ਗਲਤੀ ਹੋ ਗਈ। ਇਹ ਛੋਟੀ ਗਲਤੀ ਉਹ ਕਤਲ ਕਰਤਾ ਹੈ? ਕਿੰਨੀ ਉਮਰ ਹੈ ਤੇਰੀ? 21 ਸਾਲ। 21 ਸਾਲ ਦੀ ਉਮਰ 'ਚ ਤੂੰ ਕਤਲ ਕੀਤਾ ਹੈ? ਉਸਤਾਦ ਦਾ ਭਨਵਈਆ ਮਾਰਿਆ? ਹਾਂਜੀ, ਕੀ ਮਾਰਿਆ? ਬਣਵਾਈ ਕਿਹਦਾ? ਸਾਦ। ਅੱਛਾ, ਤੇ ਕਿਹੜੇ ਪਿਸਤੌਲ ਨਾਲ? 9mm। 9mm। ਕਿੰਨੀਆਂ ਗੋਲੀਆਂ ਸੀ 9mm 'ਚ? ਪਤਾ ਨਹੀਂ ਸਾਈ ਮੈਂ ਗਿਣ ਕੇ ਨਹੀਂ ਪਾਣੀ। ਗਿਣ ਕੇ ਨਹੀਂ ਪਾਈਆਂ? ਪਿਸਤੌਲ ਚਲਾਉਣ ਦਾ ਵੱਲ ਕਦੋਂ ਸਿੱਖਿਆ? ਡਕੈਤੀਆਂ ਕਰਨਾ? ਹਾਂ। ਸਾਈ ਉੱਥੇ ਦੋਸਤ ਹੈ ਉਹਦੇ ਕੋਲ, ਉਸ ਨੂੰ ਸ਼ੌਕ ਸੀ ਉਹਦੇ ਕੋਲ ਚਲਾਇਆ ਨਾ। ਕੀ ਕਰਦੇ? ਵਾਈ ਫਾਇਰਿੰਗ ਕਰਦਾ ਸੀ? ਮਸਲਾ 1-2 ਵਾਰੀ ਪਹਿਲਾਂ ਚਲਾਇਆ। 1-2 ਵਾਰੀ ਚਲਾਇਆ ਤੇ ਹੱਥ ਨਹੀਂ ਕੰਬੇ ਤੇਰਾ ਕਤਲ ਕਰਦੇ ਹੋ? ਬੋਲਣਾ, ਆਵਾਜ਼ ਆਣੀ ਚਾਹੀਦੀ ਤੇਰੀ। बस हो गया, नहीं पता लगे, बाद में पछता रहे हैं। वो दूसरा मुलज़म जो है इसका मुलाजिम है, उसने भी फायरिंग की है, पीछे से जितनी भी गोलियां लगी हैं उसकी जानिब से चलाई गई हैं, तो उसके बारे में मतलब किस तरह से उससे गिरफ्तारी, इसकी इतला पर उसकी गिरफ्तारी अमल में लाई गई? जी वो अगेन दैट इज़ वेरी इंटरेस्टिंग पार्ट ऑफ दिस इन्वेस्टिगेशन। वो ये क्राइम करने के बाद बेसिकली उसका नाम तनवीर है, जो कि इस मुलज़म का मुलाजम है। सही। और वो इसकी जो सीलिंग वगैरह के काम है इसको असिस्ट करता है और इसके साथ शागिर्द है इसका। उसका हाथ जो है वेपन शेपन के हवाले से खुला हुआ है। अच्छा, खुला हुआ है। अच्छा। व्हाट आई हैव लर्न फ्रॉम द इन्वेस्टिगेशन ऑफ दिस केस, उसका हाथ इस तरह से खुला हुआ कि वो 2-3 साल पेशावर में रहा। सही। जब वो पेशावर में रहा तो वेपन हैंडलिंग में वो उसके लिए ज़रा जो है वो एक्सपर्ट था और वो सारे मामला तो देखता करता रहा होगा। सही। जब वो वापस आया इसके बाद मुलाजमत की तो कोई 15-20 दिन पहले इस वकूए से पहले इनका प्लान बन गया। सही। जब इनका प्लान बन गया तो वो शागिर्द भी है और मोर देन सबमिसिव है। ड्यूरिंग द कोर्स ऑफ इन्वेस्टिगेशन उसने कहा कि अगर मेरा उस्ताद मुझे कहेगा मैं किसी और को भी मारूंगा, मेरा उस्ताद मुझे कहेगा तो ये कत्ल मैं अपने सर ले लूँगा, मेरा उस्ताद मुझे कहेगा तो मैं ये कह दूँगा कि ये सारा कुछ मैंने किया। ठीक कम किया है कत्ल करके। ਹੋਰ ਹੁੰਦਾ ਕੀ ਕਰਦਾ ਮੈਂ? एक बेटी है तेरी? ਜੀ ਬੇਟੀ। वो बेटी किहदी बेटी कहलाएगी? कातल दी? ਜੀ कातल दी बेटी कहलाएगी? जी। ਉਹਦੇ ਤੋਂ ਕਿਉਂ ਬਦਲਾ लेता है? बिनोई ते तू मारता, अपनी बेटी तो की बदला लेता है? ਉਹਦੀ शादी होनी है कल ਨੂੰ, किस तरह रिश्ता मिलेगा कि प्यो ने कतल किया? दस ना है भी दुख दस ना है, ਜਿਹੜਾ ਦੁੱਖ ਤੂੰ ਆਪਣੀ ਫੈਮਿਲੀ ਨੂੰ ਦਿੱਤਾ ਹੈ, ਆਪਣੀ ਧੀ ਨੂੰ ਦਿੱਤਾ ਹੈ, ਆਪਣੀ ਬੀਵੀ ਨੂੰ ਦਿੱਤਾ ਹੈ, ਉਹ ਕਿਹੜਾ ਦੁੱਖ ਹੈ? ਕੋਈ ਸੋਚਿਆ ਹੈ ਇਹ ਦੁੱਖ ਵੱਡਾ ਹੈ ਕਿ ਉਹ ਦੁੱਖ ਵੱਡਾ ਸੀ? ਇਹ ਕਦੀ ਸੋਚ ਚ ਹੀ ਨਹੀਂ ਆਇਆ? ਨਹੀਂ। ਕਾਤਲ ਦੀ ਧੀ ਨਾਲ ਸ਼ਾਦੀ ਕਰਦੀ ਕਿ ਮਾਮ? ਤੂੰ ਕਰੇਂਗਾ ਕਿਸੇ ਕਾਤਲ ਦੇ ਪੁੱਤਰ ਨਾਲ ਆਪਣੀ ਧੀ ਦੀ ਸ਼ਾਦੀ? ਦੱਸ। ਨਹੀਂ ਸਰ, ਹੈ ਪਤਾ ਨਹੀਂ। ਉਂਝ ਨਾ ਕੀਤਾ ਹੋਵੇ ਤੂੰ ਕਤਲ, ਰਿਸ਼ਤਾ ਆ ਗਿਆ ਮਿਸਾਲ ਦੇ ਤੌਰ ਤੇ, ਤੇਰੀ ਧੀ ਜਵਾਨ ਹੋ ਗਈ ਹੈ ਤੇ ਕਾਤਲ ਹੈ ਉਹ ਮੁੰਡੇ ਦਾ ਪਿਓ,
ਕਰੇਗਾ ਉਹਨਾਂ ਦੇ ਵਿੱਚ ਸ਼ਾਦੀ? ਤੇ ਤੇਰੀ ਧੀ ਨਾਲ ਕੌਣ ਕਰੇਗਾ ਸ਼ਾਦੀ? ਪਤਾ ਨਹੀਂ ਸਰ। ਦੱਸ ਨਾ, ਤੇਰੀ ਤਰ੍ਹਾਂ ਦੇ ਹੋਰ ਵੀ ਹੋਣਗੇ ਜਿਹਨਾਂ ਤੇ ਜ਼ੁਲਮ ਹੁੰਦੇ ਹੋਣ, ਜਿਹੜੇ ਤੇ ਮਸਲੇ ਕਤਲ ਕਰਨਾ ਚਾਹੀਦਾ ਹੈ। ਸਰ ਐਡਾ ਲੰਮਾ ਚੌੜਾ ਸੋਚਿਆ ਨਹੀਂ ਸੀ ਕੁਛ ਵੀ। ਤੇ ਹੁਣ ਤੇ ਬੜਾ ਟਾਈਮ ਹੈ, ਹੁਣ ਵੀ ਨਹੀਂ ਸੋਚ ਆਈ ਜਦੋਂ ਦਾ ਫੜਿਆ ਗਿਆ ਕਿ ਪਿੱਛੇ ਕੀ ਬਣੇਗਾ? ਸੋਚਾਂ ਦਾ ਹੋਣਾ ਨਹੀਂ ਹੈ। ਤਾਲਬਾ ਕਰਦੇ ਹੋ ਤੁਸੀਂ ਇਸ ਕਤਲ ਦੀ? ਅਸੀਂ ਕਤਲ ਦੇ ਵਾਸਤੇ ਕਰਨੇ ਜੋ ਨਾ ਸਜ਼ਾ ਮਿਲਣੀ ਚਾਹੀਦੀ ਹੈ, ਸਾਡੇ ਨਾਲ ਇਨਸਾਫ ਮਿਲਣਾ ਚਾਹੀਦਾ। ਸਾਡੇ ਨਾਲ ਜ਼ਿਆਦਤੀ ਹੋਈ ਹੈ, बहुत बड़ी ज्यादती हुई है। नाजरीन, ये मुकदमा के मुद्दई हैं और मकतूल के भाई हैं। हमारे साथ एक अहले इलाका की भी बहुत बड़ी तादाद मौजूद है। मुलजिम की जानिब से इल्ज़ामात भी लगाए गए, मुलजिम से भी बातचीत हुई, जो SHO हैं उनसे भी गुफ्तगू की गई, लेकिन उन्होंने भी तरदीद की थी कि इसके पीछे गैरत वाला मामला आंसर नहीं है। ये मोहल्लेदारों की ज़ुबानी जान लेते हैं, जिनमें मकतूल पला बढ़ा है, यहाँ पर वक्त गुजारा है, उसने वहीं पर रहता था, कि उसका करैक्टर कैसा था, किस तबीयत का आदमी था, इन्हीं की ज़ुबानी जानते हो तुसी मकतूल नूं? किन्ने अरसे तो? ਤਕਰੀਬਨ ਕਾਫੀ ਬਚਪਨ ਤੋਂ ਜਾਣਦੇ। बचपन तो किहो जी तबीयत सी, किहो जी? ਕੋਈ ਮਸਲਾ ਨਹੀਂ ਸੀਗਾ। ਕੋਈ ਅਸੀਂ ਮਸਲਾ ਬਿਮਾਰ ਠਮਾਰ ਹੁੰਦੇ, ਡਾਕਟਰ ਸੀ ਗਾਉਂ 'ਚ, ਰਾਤ ਨੂੰ ਵੀ ਬੁਲਾਈ ਦੇ ਭੱਜ ਕੇ ਆਉਂਦੇ। काम आते थे लोगों के, अच्छा, कम आंदे सी लोगां दे? ਲੋਕਾਂ ਦੇ ਕੰਮ ਆਉਂਦੇ ਸੀ ਤੇ ਇਹਦੇ ਵਿੱਚ ਵਾਈਫ ਨੇ ਰਲ ਕੇ ਭਰਾ ਦੇ ਨਾਲ ਇਹਨੂੰ ਕਤਲ ਕਰਵਾ ਦਿੱਤਾ। ਵਾਈਫ ਤੇ ਭਰਾ ਇਹ ਰਲੇ ਮਿਲ ਹੋਏ ਨੇ। रले मिले हुए हैं। नाजरीन, ये वो लोग हैं जो मकतूल के साथ अरसा दराज से वक्त गुजार रहे हैं। ये मोहल्लेदार हैं, उनके अहले इलाका, इनकी बड़ी तादाद मौजूद है। तुसी दसो कुछ मकतूल दे बारे दे विच, किहो जिहा वक्त गुजरिया ਤੁਹਾਡਾ? ਬਹੁਤ ਅੱਛਾ ਬੰਦਾ ਸੀ ਉਹ, ਸਹੀ ਵਕਤ ਗੁਜ਼ਰਿਆ, ਕੋਈ ਐਸੀ ਗੱਲ ਨਹੀਂ ਸੀ ਉਹਦੇ 'ਚ। ਬਿਲਕੁਲ ਸਹੀ ਬੰਦਾ ਸੀ, ਹਰ ਬੰਦੇ ਦੇ ਕੰਮ ਆਉਂਦਾ ਸੀ। ਜਦੋਂ ਜ਼ਰੂਰਤ ਪੈਂਦੀ ਕਿਸੇ ਨੂੰ ਰਾਤ ਬਰਾਤ ਉਹ ਜਾਂਦਾ ਸੀ, ਫੌਰੀ ਫੋਨ ਕਰਦੇ ਹਨ, ਦਵਾਈ ਸ਼ਵਾਈ ਦੇਣ। ਤੇ ਐਸਾ ਜੋ ਉਹਨਾਂ ਇਲਜ਼ਾਮ ਲਾਇਆ ਉਹਨਾਂ ਗਲਤ ਲਾਇਆ, ਉਹ ਉਹਨਾਂ ਬੇਬੁਨਿਆਦ ਹੈ। ਤੇ ਇਹ ਬੱਚੇ ਨੇ ਜੀ ਉਹਨਾਂ ਦੇ ਨਿੱਕੇ ਨਿੱਕੇ, ਤੇ ਇਹ ਜਿਹੜਾ ਉਹਨਾਂ ਕਿਹਾ ਵੀ ਹੈ ਅਸੀਂ ਇਹਨਾਂ ਬੱਚੀਆਂ ਲਿਆਉਂਦਾ ਸੀ, ਇੰਜ ਕਰਦਾ ਸੀ, ਇਹ ਸਭ ਕੁਝ ਗਲਤ ਹੈ ਜੀ। ਇੱਥੇ ਅਸੀਂ ਰਹਿੰਦੇ ਹਾਂ, ਕੋਈ ਝੂਠਾ ਇਲਜ਼ਾਮ ਲਾਇਆ ਉਹਨਾਂ, ਕੋਈ ਐਸਾ ਮਾਮਲਾ ਨਹੀਂ ਸੀ ਹੈਗਾ। ਸਿਰਫ ਪਲਾਟ ਇਹਨੇ ਲਿਆ ਸੀ, ਕੋਈ ਪੈਸਿਆਂ ਦਾ ਮਾਮਲਾ ਸੀ, ਕੋਈ ਪੈਸੇ ਨਗਦੀ ਦਿੱਤੇ ਸਨ ਉਹਨੂੰ, ਤੇ ਉਹ ਪੈਸੇ ਦੀ ਵਜ੍ਹਾ ਤੋਂ ਇਹਨਾਂ ਮਿਲ ਮਿਲਾ ਕੇ ਸਾਰਿਆਂ ਮਾਰ ਦਿੱਤਾ। नाजरीन, ये मकतूल के 2 मासूम बच्चे भी हैं, ये बड़ा बेटा है, ये छोटा बेटा है, और भी इसके अलावा 2 छोटे बच्चे भी हैं। 4 मासूम बच्चों के वालिद को कत्ल कर दिया गया। उसके साले ने ही ये कत्ल की घिनौनी वारदात की, उसके बारे में तो आपको बता चुके हैं। अब मोहल्लेदारों, मुख्तलिफ मोहल्लेदारों से भी जानते हैं, आप कितने अरसे से जानते थे? बचपन से जानते हैं उसको। तो कैसी तबीयत थी, किस तरह का इखलाक? अखलाक उनका बहुत अच्छा था। किराने की दुकान थी साथ में, मेरी भी किराने की दुकान, हम एक ही जगह पे सौदा लाते हैं। सही। बहरहाल किसी के साथ ये नहीं ऐसा भी हुआ जो किसी के साथ लड़ा हुआ, झगड़ा हुआ, नहीं, ऐसी कोई बात नहीं उसमें। बहुत अच्छा इंसान था। नाजरीन, गैरत के नाम पर इतने कत्ल होते नहीं जितने बना दिए जाते हैं। इस केस में भी ऐसा ही हुआ कि शातिर मुलजिम ने अपने ज़ाती मुफाद के लिए अपने बहनोई को कत्ल किया और बाद अज़ा इसे गैरत का नाम दे दिया। लिहाजा अपने रिश्तेदारों से भी मोहतात रहे ताकि कोई आपका हासिद ना निकल आए और आपको नुकसान ना पहुंचा दे। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह निगहबान।